ਸ੍ਰੀ ਵਾਹਿਗੁਰੂ ਜੀ। ਗੁਰੂ ਨਾਨਕ ਪਾਦ ਪੰਕਜ ਸਿਮਰੋ ਅੰਗਦ ਗੁਰ ਅਮਰਦਾਸ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ परम कृपाला जी परम कृपाला श्री गुरु गोबिंद सिंह बेसाला करो तरा पर पुन पुन सीसा जी पुन पुन सीसा बंदो बार बार जगदीसा एकंकार सतगुरु तेह प्रसाद सच होए। वाहिगुरु जी की फतेह है विघ्न विनाशन सोए। जिसमें है अमृत ज्ञान है मानक भगत बैराग गुरु ग्रंथ साहिब उदद बंदों कर अनुराग गुरु ग्रंथ साहिब उदद बंदों कर अनुराग। सतनाम श्री वाहिगुरु साहिब जी। दोहरा डेरा जस्सी ग्राम पा तह एक ताल विशाल शस्त्र वस्त्र के सहत गुर पे परवेश तिस काल। वाहिगुरु जी का खालसा वाहिगुरु जी की फतेह। जुगो जुग अटल सतगुरु श्री गुरु ग्रंथ साहिब जी दे पावन पवित्र चरणा च नतमस्तक हो बैठी गुरु का खास रूप गुरु खालसा साध संगत जियो। निता प्रति गुरु चरणा च हाजरियां भर के साहिबे कमाल सतगुरु श्री गुरु गोबिंद सिंह साहिब जी महाराज जी दे पवित्र पावन इतिहास की लड़ीवार कथा बहुत ही अदब सत्कार ते शरदा सहित सरवण कर रहे। सतगुरु जी मालवे दे इलाके च जीवां दा भला कर रहे हैं। बठिंडे दे लागे दमदमा साहब तो कुछ दूरी ते बाजक नगर विच सतगुरां ने अपने चरण पाए हैं। इत्थे दीवाने साध एक दा नाम भाई सुखू है ते दूजे दा नाम भाई बुद्धू है। ਪਹਿਲਾਂ ਤਾਂ ਆਪਣੇ ਨਾਲ 50 ਕੁ ਦੀਵਾਨਿਆਂ ਨੂੰ ਲੈ ਕੇ ਆਏ ਸਨ ਕਿ ਸਤਿਗੁਰਾਂ ਕੋਲੋਂ ਵੈਰ ਲੈਣਾ ਆਪਣੇ ਮਰੇ ਸਾਥੀ ਦਾ।
ਪਰ ਸਤਿਗੁਰਾਂ ਤੱਕ ਜਾਂਦਿਆਂ ਜਾਂਦਿਆਂ ਇਹ ਦੋਵੇਂ ਹੀ ਰਹਿ ਗਏ ਤੇ ਬਾਕੀ ਸਾਰੇ ਵਿਦਾ ਹੋ ਗਏ। ਗੁਰੂ ਚਰਨਾਂ 'ਚ ਹਾਜ਼ਰ ਹੋਏ। ਪਾਤਸ਼ਾਹ ਨੇ ਆਖਿਆ ਜੋ ਹੱਥਾਂ ਵਿੱਚ ਸੀ ਕਿੱਥੇ ਹੈ? ਇਹਨਾਂ ਵੇਖਿਆ ਸਤਿਗੁਰੂ ਜਾਣੀ ਜਾਣ ਨੇ ਢੱਡ ਤੇ ਸਰੰਗੀ ਲੈ ਕੇ ਆਏ ਤੇ ਗੁਰਦੇਵ ਨੇ ਹੁਕਮ ਕੀਤਾ ਸੱਦ ਸੁਣਾਓ। ਇਹਨਾਂ ਢੱਡ ਤੇ ਸਰੰਗੀ ਨੂੰ ਸੁਰ ਕਰਕੇ ਸੱਦ ਗਾਇਆ। ਕੱਚਾ ਕੋਠਾ ਵਿੱਚ ਵਸਦਾ ਜਾਨੀ, ਸਦਾ ਨਾ ਮਾਪੇ ਨਿਤ ਨਹੀਂ ਜਵਾਨੀ, ਚੱਲਣਾ ਅੱਗੇ ਹੋਏ ਗੁਮਾਨੀ। ਚੱਲਣਾ ਅੱਗੇ ਕਿਉਂ ਭਇਓ ਗੁਮਾਨੀ, ਉਹ ਸਿਆਣਾ ਨਹੀਂ ਪ੍ਰਭੂ ਸਿਆਣੀ। ਏਦਾਂ ਜਦੋਂ ਇਹਨਾਂ ਨੇ ਸੱਦ ਗਾਇਆ, ਸਤਿਗੁਰੂ ਜੀ ਨੇ ਬਚਨ ਕੀਤਾ ਦੁਬਾਰਾ ਫੇਰ ਉੱਚੀ ਸੁਰ 'ਚ ਗਾਓ। ਇਹਨਾਂ ਦੁਬਾਰਾ ਫੇਰ ਸੱਦ ਗਾਇਆ। 3 ਵਾਰ ਸਤਿਗੁਰੂ ਜੀ ਨੇ ਗਵਾਇਆ। ਭਾਈ ਸੁਖੂ ਤੇ ਭਾਈ ਬੁੱਧੂ ਤੇ ਸਤਿਗੁਰੂ ਜੀ ਨੇ ਪ੍ਰਸੰਨਤਾ ਕੀਤੀ। ਨਾ ਆਖਿਆ ਮਹਾਰਾਜ ਜਿਵੇਂ ਉਚਦੇ ਪੀਰ ਬਣ ਕੇ ਆਏ ਸੋ ਸਰੂਪ ਸਾਨੂੰ ਦੁਬਾਰੇ ਦਰਸ਼ਨ ਦਿਓ। ਪਲੰਗੇ ਤੇ ਸਤਿਗੁਰੂ ਜੀ ਬਿਰਾਜਮਾਨ ਹੋਏ। ਇਹਨਾਂ ਨੇ ਆਪ ਮੂਹਰੇ ਹੋ ਕੇ ਪਲੰਗਾ ਦੋਨਾਂ ਨੇ ਚੁੱਕਿਆ। 2 ਪਿਛਲੇ ਪਾਸੇ ਸਿੰਘ ਲੱਗੇ। ਏਦਾਂ ਇਹਨਾਂ ਨੂੰ ਕਿਰਤਾਰਥ ਕਰਕੇ ਤੇ ਇੱਕ ਚਕੂਣਾ ਰਜਤ ਪਣ ਚਾਂਦੀ ਦਾ ਰੁਪਈਆ ਗੁਰੂ ਕਲਗੀਧਰ ਜੀ ਨੇ ਭਾਈ ਸੁਖੂ ਜੀ ਹੋਣਾ ਨੂੰ ਬਖਸ਼ ਕੇ ਆਖਿਆ ਜਾਓ ਬਰਕਤਾਂ ਹੋਣਗੀਆਂ। ਤੋ ਇਸ ਪ੍ਰਕਾਰ ਨਾਲ ਦਇਆਨੰਦ ਸੁਆਮੀ ਜੀ ਨੇ ਇਹਨਾਂ ਨੂੰ ਕਿਰਤਾਰਥ ਕੀਤਾ ਹੈ। ਬਾਜਕ ਨਗਰ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਵਧੇ ਹਨ। ਕੁਝ ਨਗਰਾਂ ਨੂੰ ਸਤਿਗੁਰੂ ਜੀ ਨੇ ਪਵਿੱਤਰ ਕੀਤਾ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਕਲਗੀਧਰ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਸਰਵਣ ਕਰੀਏ। ਗਰੀਬ ਨਵਾਜ ਸਾਹਿਬ ਜੀ ਬਾਗਸਰ ਸਰੋਵਰ ਜਿਸ ਨਗਰ ਦਾ ਨਾਮ ਜੱਸੀ ਹੈ, ਇੱਥੇ ਆ ਕੇ ਚਰਨ ਪਾ ਰਹੇ ਨੇ। ਮਨ ਬਿਰਤੀਆਂ ਗੁਰੂ ਚਰਨਾਂ 'ਚ ਜੋੜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਡੇਰਾ ਜੱਸੀ ਗ੍ਰਾਮ ਭਾ, ਤਹਿ ਇੱਕ ਤਾਲ ਵਿਸਾਲ। ਕਲਗੀਧਰ ਪਾਤਸ਼ਾਹ ਚਲਦਿਆਂ ਚਲਦਿਆਂ ਇਸ ਜੱਸੀ ਨਗਰ ਦੇ ਵਿੱਚ ਆਏ ਨੇ। ਪਿੰਡ ਦਾ ਨਾਮ ਜੱਸੀ ਹੈ। ਇਹਦੇ ਵਿੱਚ ਇੱਕ ਵੱਡਾ ਭਾਰੀ ਤਾਲ ਹੈ। ਹਾਂਜੀ। ਸ਼ਸਤਰ ਬਸਤਰ ਕੇ ਸਹਿਤ ਗੁਰ, ਭੇ ਪਰਵੇਸ਼ ਤਿਸ ਕਾਲ। ਸਤਿਗੁਰੂ ਜੀ ਨੀਲੇ ਘੋੜੇ ਤੇ ਸਵਾਰ ਸਨ ਤੇ ਨੀਲੀ ਪੁਸ਼ਾਕ ਮਹਾਰਾਜ ਜੀ ਨੇ ਸਰੀਰ ਤੇ ਧਾਰਨ ਕੀਤੀ ਸੀ, ਕਿਉਂਕਿ ਉਚਦੇ ਪੀਰ ਦਾ ਸਾਂਗ ਬਣਾਇਆ ਸੀ। ਇਹਨਾਂ ਦੋਨਾਂ ਦੀਵਾਨੇ ਸਾਧਾਂ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਤੋ ਸ਼ਸਤਰਾਂ ਬਸਤਰਾਂ ਦੇ ਸਹਿਤ ਘੋੜੇ ਤੇ ਚੜੇ ਚੜਾਏ ਕਲਗੀਧਰ ਜੀ ਉਸ ਤਾਲ ਵਿੱਚ ਸਰੋਵਰ 'ਚ ਪ੍ਰਵੇਸ਼ ਕਰ ਗਏ। ਚੌਪਈ ਤਟ ਉਰਾਰ ਤੇ ਭਏ ਪਰਵੇਸ਼ੂ। ਸਰੋਵਰ ਦਾ ਜਿਹੜਾ ਉਰਲਾ ਕਿਨਾਰਾ ਸੀ ਉਹਦੇ ਵਿੱਚ ਸਤਿਗੁਰੂ ਜੀ ਨੇ ਪ੍ਰਵੇਸ਼ ਕੀਤਾ। ਉਲੰਗੇ ਤਤ ਛਿਨ ਤਾਲ ਅਸ਼ੇਸ਼ੂ। ਔਰ ਤਾਤਕਾਲ ਘੋੜੇ ਤੇ ਬੈਠਿਆਂ ਬੈਠਿਆਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਰੋਵਰ ਦੇ ਪਾਰਲੇ ਪਾਸੇ ਚਲੇ ਗਏ। ਜਲ ਦੇ ਵਿੱਚੋਂ ਦੀ ਨਿਕਲ ਕੇ ਰੰਗਦਾਰ ਪੋਸ਼ਿਸ਼ ਸਰਬੰਗ, ਜਿਹੜੀ ਰੰਗਦਾਰ ਪੁਸ਼ਾਕ ਸਤਿਗੁਰੂ ਜੀ ਨੇ ਸਰੀਰ ਤੇ ਧਾਰਨ ਕੀਤੀ ਸੀ, ਮੁਸ਼ਕੀ ਚੰਚਲ ਤਰੇ ਤੁਰੰਗ। ਔਰ ਜਿਹੜਾ ਸਤਿਗੁਰਾਂ ਦੇ ਥੱਲੇ ਮੁਸ਼ਕੀ ਰੰਗ ਦਾ ਘੋੜਾ ਸੀ ਉਹ ਵੀ ਨੀਲੇ ਜੇ ਭਾਅ ਨੂੰ ਮਾਰਦਾ ਸੀ। ਉਹ ਘੋੜਾ ਪਰਲੇ ਤੀਰ ਜਾਏ ਥਿਰ ਭਏ। ਉਹਦੇ ਸਮੇਤ ਸਤਿਗੁਰੂ ਜੀ ਨੇ ਸਰੋਵਰ 'ਚ ਪ੍ਰਵੇਸ਼ ਕਰਕੇ ਜਦੋਂ ਸਰੋਵਰ ਦੇ ਪਾਰਲੇ ਪਾਸੇ ਨਿਕਲੇ ਹੈ ਪੋਸ਼ਿਸ਼ ਉਜਲ ਹੋਏ ਗਏ। ਤੇ ਜਿਹੜਾ ਮੁਸ਼ਕੀ ਰੰਗ ਦਾ ਘੋੜਾ ਸੀ ਤੇ ਸਤਿਗੁਰਾਂ ਦੇ ਸਰੀਰ ਤੇ ਨੀਲੇ ਰੰਗ ਦੀ ਪੁਸ਼ਾਕ ਸੀ, ਉਹ ਜਦੋਂ ਪਾਰਲੇ ਪਾਸੇ ਗਏ ਤੇ ਪੁਸ਼ਾਕ ਵੀ ਚਿੱਟੇ ਰੰਗ ਦੀ ਹੋ ਗਈ ਤੇ ਘੋੜਾ ਵੀ ਉਜਵਲ ਤੇ ਚਿੱਟੇ ਰੰਗ ਦਾ ਹੋ ਗਿਆ। ਤਾਂ ਮੁਸ਼ਕੀ ਰੰਗ ਦਾ ਘੋੜਾ ਐਨ ਨੁਕਰੇ ਵਾਂਗੂ, ਜਿਵੇਂ ਨੁਕਰਾ ਘੋੜਾ ਹੁੰਦਾ ਨਾ ਚਿੱਟੇ ਰੰਗ ਦਾ, ਏਦਾਂ ਚਿੱਟੇ ਰੰਗ ਦਾ ਘੋੜਾ ਹੋ ਗਿਆ। ਤੇ ਸਤਿਗੁਰਾਂ ਦੇ ਤਨ ਤੇ ਪਾਏ ਜਿਹੜੇ ਬਸਤਰ ਸਨ ਉਹ ਵੀ ਸਫੇਦ ਹੋ ਗਏ। ਲੋਕ ਹਜ਼ਾਰੋ ਪਿਖਬੇ ਸਮਾਏ। ਉੱਥੇ ਸੈਂਕੜੇ ਲੋਕ ਖੜੇ ਸਨ ਵੇਖਦੇ, ਤੇ ਸਭ ਵੇਖ ਕੇ ਹੈਰਾਨ ਹੋਏ
ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਕੀ ਚੋਜ ਕੀਤਾ ਹੈ। ਢਿਗ ਸਗਰੇ ਹੋਏ ਬਾਕ ਅਲਾਏ। ਸਾਰੇ ਸਤਿਗੁਰਾਂ ਦੇ ਪਾਸ ਆਏ ਤੇ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕਰਕੇ ਕਹਿਣ ਲੱਗੇ, ਕੌਤਕ ਕਹਾਂ ਆਪ ਦਰਸਾਇਓ। ਕਲਗੀਧਰ ਜੀ ਆਪ ਜੀ ਨੇ ਕੈਸਾ ਕੌਤਕ ਪ੍ਰਗਟ ਕੀਤਾ ਹੈ, ਇਹ ਕਿਹੋ ਜਿਹਾ ਚੋਜ ਆਪ ਜੀ ਨੇ ਪ੍ਰਗਟ ਕਰਕੇ ਵਿਖਾਇਆ ਹੈ। ਵਸਤਰ ਤੁਰੰਗ ਸੁਪੇਦ ਬਨਾਇਓ। ਤੇ ਤੁਹਾਡੇ ਸਰੀਰ ਤੇ ਪਾਏ ਬਸਤਰ ਤੇ ਘੋੜੇ ਦਾ ਰੰਗ ਇੱਕਦਮ ਚਿੱਟਾ ਹੋ ਗਿਆ, ਕਿਉਂਕਿ ਜਿੰਨਾ ਕੁ ਸਰੀਰ ਗਰਦਨ ਤੱਕ ਜਲ ਵਿੱਚ ਮਹਾਰਾਜ ਜੀ ਵਿੱਚ ਚਲੇ ਗਏ। ਘੋੜੇ ਦੇ ਜਿਹੜੇ ਕੰਨ ਸੀ ਨਾ ਉੱਪਰਲੇ 2 ਰਹਿ ਗਏ ਸਨ, ਕਿਉਂਕਿ ਘੋੜਾ ਕੰਨ ਜਿਹੜੇ ਨੇ ਉਹ ਆਪਣੇ ਪਾਣੀ ਦੇ ਵਿੱਚ ਨਹੀਂ ਡੁੱਬਣ ਦਿੰਦਾ। ਤੋ ਕੰਨਾਂ ਦਾ ਰੰਗ ਵੀ ਮੁਸ਼ਕੀ ਨੀਲਾ ਰਿਹਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੀਸ ਤੇ ਜਿਹੜਾ ਦਸਤਾਰਾ ਸੀ ਉਹ ਵੀ ਨੀਲੇ ਰੰਗ ਦਾ ਰਿਹਾ। ਬਾਕੀ ਸਾਰੇ ਵਸਤਰ ਮਹਾਰਾਜ ਜੀ ਘੋੜੇ ਦੇ ਸਮੇਤ ਆਪ ਜੀ ਦੇ ਚਿੱਟੇ ਤੇ ਉਜਵਲ ਹੋ ਗਏ ਨੇ। ਇਹ ਕੀ ਕੌਤਕ ਹੈ। ਸਿਰ ਦਸਤਾਰ ਰਹੀ ਸੁਰਮਈ। ਜਿਹੜੀ ਆਪ ਜੀ ਦੇ ਸੀਸ ਤੇ ਦਸਤਾਰ ਹੈ ਇਹਦਾ ਰੰਗ ਸੁਰਮਈ ਹੋ ਗਿਆ, ਇਹ ਸੁਰਮਈ ਰਿਹਾ। ਸੁਰਮਈ ਰੰਗ ਜਿਹਨੂੰ ਆਪਾਂ ਅੱਜ ਕੱਲ ਨੀਲਾ ਰੰਗ ਕਹਿ ਦਿੰਨੇ ਹਾਂ, ਤੋ ਸੁਰਮਈ ਰੰਗ ਖਾਲਸੇ ਦਾ ਰੰਗ ਹੈ। ਕੇਸਰੀ ਤੇ ਸੁਰਮਈ 2 ਰੰਗਾਂ ਦੇ ਨਿਸ਼ਾਨ ਸਾਹਿਬ ਗੁਰੂ ਘਰਾਂ 'ਚ ਝੂਲਦੇ ਹਨ। ਤੋ ਸੁਰਮਈ ਰੰਗ ਜਿਹੜਾ ਨੀਲਾ ਰੰਗ ਜਿਹਨੂੰ ਆਪਾਂ ਕਹਿ ਦਿੰਨੇ ਆ, ਇਹ ਸ਼ਾਂਤੀ ਦਾ ਪ੍ਰਤੀਕ ਹੈ। ਕਲਗੀਧਰ ਜੀ ਨੂੰ ਸਿੰਘ ਕਹਿੰਦੇ ਮਹਾਰਾਜ ਜੀ ਆਪ ਜੀ ਦੇ ਸੀਸ ਤੇ ਜਿਹੜਾ ਦਸਤਾਰਾ ਹੈ ਉਹ ਨੀਲੇ ਰੰਗ ਦਾ ਰਹਿ ਗਿਆ ਤੇ ਸਰੀਰ ਤੇ ਜਿਹੜੇ ਪਾਏ ਬਸਤਰ ਨੇ ਬਾਕੀ ਉਹ ਸਾਰੇ ਚਿੱਟੇ ਰੰਗ ਦੇ ਹੋ ਗਏ ਹਨ। ਸੁਨ ਸ਼੍ਰੀ ਪ੍ਰਭ ਸਭ ਸਨ ਕਹਿ ਦਈ। ਮਹਾਰਾਜ ਇਹ ਕੀ ਖੇਡ ਹੈ, ਸਾਨੂੰ ਸਮਝ ਨਹੀਂ ਆਈ। ਜਦੋਂ ਸਿੰਘਾਂ ਨੇ ਇਸ ਤਰ੍ਹਾਂ ਬੇਨਤੀ ਕੀਤੀ ਤੇ ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ, ਵਿਚਰਤ ਰਾਮਚੰਦ ਇਤ ਆਏ। ਮਹਾਰਾਜ ਜੀ ਕਹਿੰਦੇ ਭਾਈ ਇਹ ਪੁਰਾਤਨ ਤੀਰਥ ਹੈ, ਇਹ ਅਸਥਾਨ ਹੈ ਜਿਹੜਾ ਤਾਲ ਹੈ ਨਾ, ਇਹ ਕਿਸੇ ਰਿਸ਼ੀਆਂ ਮੁਨੀਆਂ ਦੀ ਸਾਧਨਾ ਦੇ ਨਾਲ ਪਵਿੱਤਰ ਹੋਇਆ ਤਾਲ ਹੈ। ਇਹਾਂ ਇਸ਼ਨਾਨ ਕੀਨ ਹਰ ਖਾਏ। ਇੱਥੇ ਬੜੇ ਬੜੇ ਰਿਸ਼ੀ ਮੁਨੀ ਤਪਸਵੀ ਰਹੇ ਨੇ ਕਿਸੇ ਸਮੇਂ, ਤੇ ਬੰਦਗੀ ਵਾਲੀਆਂ ਰੂਹਾਂ ਨੇ ਇੱਥੇ ਰਹਿ ਕੇ ਭਗਤੀ ਕੀਤੀ, ਇਸ ਤਾਲ 'ਚ ਇਸ਼ਨਾਨ ਕੀਤਾ। ਤਬ ਕੋ ਇਹ ਤੀਰਥ ਬਹੁ ਪਾਵਨ। ਉਦੋਂ ਦਾ ਇਹ ਤੀਰਥ ਪਾਵਨ ਤੇ ਪਵਿੱਤਰ ਹੋ ਗਿਆ। ਜਿੱਥੇ ਬੰਦਗੀ ਵਾਲੀਆਂ ਰੂਹਾਂ ਰਹਿੰਦੀਆਂ ਨੇ ਉਹ ਥਾਂ ਪਵਿੱਤਰ ਹੁੰਦਾ, ਉਹ ਜਗ੍ਹਾ ਤੀਰਥ ਹੋ ਜਾਂਦੀ ਹੈ। ਪੁੱਛਿਆ ਤੀਰਥ ਵੱਡਾ ਹੈ ਕਿ ਹਰੀ ਦਾ ਦਾਸ ਵੱਡਾ ਹੈ? ਤਾਂ ਪਾਤਸ਼ਾਹ ਕਹਿੰਦੇ ਹਰੀ ਦੇ ਦਾਸ ਵੱਡੇ ਨੇ, ਕਿਉਂਕਿ ਜਿੱਥੇ ਉਹ ਚਰਨ ਪਾਉਂਦੇ ਨੇ ਉਹ ਥਾਂ ਤੀਰਥ ਬਣ ਜਾਂਦੀ ਹੈ। ਇਹ ਰਿਸ਼ੀਆਂ ਮੁਨੀਆਂ ਦੀ ਧਰਤੀ ਹੈ। ਮਹਾਰਾਜ ਜੀ ਕਹਿੰਦੇ ਹੁਣ ਸਾਡੇ ਚਰਨ ਪੈ ਗਏ ਨੇ, ਸੰਗਤ ਦੇ ਪੰਥ ਦੇ ਚਰਨ ਪੈ ਗਏ ਨੇ। ਇਹ ਮਹਾਨ ਤੀਰਥ ਹੈ, ਪਵਿੱਤਰ ਤੀਰਥ ਹੈ। ਪੁਰਬੀ ਸਮਾ ਕੀਓ ਹਮ ਪਾਵਨ। ਜਦੋਂ ਅਸੀਂ ਇਹਦੇ 'ਚ ਆਪਣੇ ਘੋੜੇ ਸਮੇਤ ਪ੍ਰਵੇਸ਼ ਕੀਤਾ ਉਦੋਂ ਖਾਸ ਸਮਾਂ ਸੀ, ਉਹ ਖਾਸ ਇੱਕ ਐਸਾ ਸਮਾਂ ਸੀ ਇਸ ਤੀਰਥ ਦਾ। ਜਾਂ ਤੇ ਬਿਸਦ ਵਸਤਰ ਹੈ ਭਇਓ। ਇਸ ਕਰਕੇ ਸਾਡਾ ਘੋੜਾ ਤੇ ਸਾਡੇ ਜਿਹੜੇ ਬਸਤਰ ਨੇ ਉਹ ਉਜਵਲ ਰੰਗ ਦੇ ਚਿੱਟੇ ਰੰਗ ਦੇ ਹੋ ਗਏ ਹਨ। ਪੁਰਬੀ ਤੇ ਫਲ ਪਾਵਨ ਕਯੋ। ਜਿਵੇਂ ਕੁਝ ਦਿਨ ਤਿਹਾਰ ਹੁੰਦੇ ਨੇ ਜਿਨ੍ਹਾਂ ਤੇ ਸਰੋਵਰਾਂ ਦੇ ਜਾਂ ਤੀਰਥਾਂ ਦੇ ਇਸ਼ਨਾਨ ਦਾ ਮਹਾਤਮ ਵੱਧ ਦੱਸਿਆ ਜਾਂਦਾ ਹੈ। ਜਿਵੇਂ ਅੰਮ੍ਰਿਤਸਰ ਸਰੋਵਰ ਦੇ ਵਿੱਚ ਵਿਸਾਖ ਦੀ ਸੰਕਰਾਂਤ ਦੇ ਇਸ਼ਨਾਨ ਦਾ ਵੱਡਾ ਭਾਰੀ ਮਹਾਤਮ ਦੱਸਿਆ ਜਾਂਦਾ ਹੈ। ਮਹਾਂਪੁਰਸ਼ ਦੱਸਦੇ ਨੇ ਕਿ ਬੀਬੀ ਰਜਨੀ ਦਾ ਜਿਹੜਾ ਘਰ ਵਾਲਾ ਸੀ ਉਹ ਵਿਸਾਖ ਦੀ ਸੰਕਰਾਂਤ ਵਾਲੇ ਦਿਨ ਇਸ ਸਰੋਵਰ 'ਚ ਇਸ਼ਨਾਨ ਕਰਕੇ ਦੁੱਖ ਭੰਜਨੀ ਬੇਰੀ ਥੱਲੇ ਅਰੋਗ ਹੋਇਆ ਸੀ। ਇਸੇ ਤਰ੍ਹਾਂ ਹੋਰ ਬਹੁਤ ਸਾਰੇ ਸਥਾਨਾਂ ਦੇ ਉੱਤੇ ਜਿਵੇਂ ਦੁੱਖ ਨਿਵਾਰਨ ਸਾਹਿਬ ਆਪਣੇ ਬਸੰਤ ਪੰਚਮੀ ਦੇ ਇਸ਼ਨਾਨ ਦਾ ਵੱਡਾ ਪੁੰਨ ਮਹਾਰਾਜ ਜੀ ਨੇ ਦੱਸਿਆ। ਤੋ ਉਹਨਾਂ ਨੂੰ ਪੁਰਬ ਦਾ ਦਿਨ ਕਹਿੰਦੇ ਹਨ। ਮਹਾਰਾਜ ਜੀ ਕਹਿੰਦੇ ਪੁਰਬੀ ਦਾ ਸਮਾਂ ਸੀ ਜਦੋਂ ਅਸੀਂ ਇਹਦੇ 'ਚ ਪ੍ਰਵੇਸ਼ ਕੀਤਾ ਹੈ। ਇਸੇ ਕਰਕੇ ਘੋੜਾ ਤੇ ਸਾਡੇ ਤਨ ਤੇ ਪਾਏ ਬਸਤਰ ਉਜਵਲ ਰੰਗ ਦੇ ਹੋਏ ਨੇ, ਉਹਦਾ ਇਹ ਫਲ ਮਿਲਿਆ। ਬੱਗਾ ਸਰ ਤੀਰਥ ਕੋ ਨਾਮੂ। ਮਹਾਰਾਜ ਜੀ ਨੇ ਇਸ ਤੀਰਥ ਦਾ ਨਾਮ ਰੱਖਿਆ ਬਾਗਾ ਸਰ। ਸਵੇਤ ਸਰ ਵੀ ਕਹਿ ਦਿੰਦੇ ਨੇ ਤੇ ਬੱਗਾ ਸਰ ਯਾਨੀ ਕਿ ਚਿੱਟੇ ਰੰਗ ਦਾ ਤਾਲ। ਬੱਗਾ ਨਾਮ ਚਿੱਟੇ ਦਾ ਹੈ। ਪਾਤਸ਼ਾਹ ਨੇ ਇਸ ਸਰੋਵਰ ਦਾ ਨਾਮ ਰੱਖਿਆ ਬਾਗਸਰ ਵੀ ਕਹਿ ਦਿੰਨੇ ਆ, ਬੱਗਾ ਸਰ ਵੀ ਕਹਿ ਦਿੰਨੇ ਆ, ਇਹਨੂੰ ਸਵੇਤ ਸਰ ਵੀ ਕਹਿ ਦਿੱਤਾ ਜਾਂਦਾ ਹੈ। ਪਾਵਨ ਅਧਿਕ ਸਪਰਸ਼ੇ ਰਾਮੂ। ਮਹਾਰਾਜ ਜੀ ਕਹਿੰਦੇ ਬੜਾ ਪਾਵਨ ਹੈ, ਇਹ ਪਵਿੱਤਰ ਸਰੋਵਰ ਹੈ। ਸੁਨ ਕੈ ਸਿੱਖ ਤਬ ਸਰਬ ਨਹਾਏ। ਮਹਾਰਾਜ ਜੀ ਦੇ ਬਚਨ ਸੁਣ ਕੇ ਜਿੰਨੇ ਉੱਥੇ ਸਿੱਖ ਸਨ, ਹੋਰ ਜਿੰਨੀ ਸੰਗਤ ਸੀ,
ਉਹ ਵੀ ਸਾਰੇ ਇਸ ਸਰੋਵਰ 'ਚ ਇਸ਼ਨਾਨ ਕਰਨ ਲੱਗੇ। ਸ਼੍ਰੀ ਗੁਰ ਤਿਨ ਸੋ ਬਹੁਰ ਜਨਾਏ। ਸਤਿਗੁਰੂ ਜੀ ਫੇਰ ਇਹਨਾਂ ਨੂੰ ਕਹਿਣ ਲੱਗੇ, ਪੁਰਬੀ ਸਮਾ ਗਇਓ ਟਰ ਅਬੈ। ਮਹਾਰਾਜ ਜੀ ਉਹ ਕੱਪੜੇ ਸਣੇ ਨਹਾਣ ਲੱਗੇ ਤੇ ਕਹਿੰਦੇ ਮਹਾਰਾਜ ਸਾਡੇ ਕੱਪੜੇ ਤਾਂ ਹੁੰਦੇ ਨਹੀਂ ਚਿੱਟੇ। ਪਾਤਸ਼ਾਹ ਕਹਿੰਦੇ ਉਹ ਸਮਾਂ ਲੰਘ ਗਿਆ, ਉਹ ਖਾਸ ਇੰਨਾ ਕੁ ਸਮਾਂ ਸੀ ਜਿਹਦੇ ਵਿੱਚ ਅਸੀਂ ਇਸ਼ਨਾਨ ਕੀਤਾ ਔਰ ਇਹ ਸਾਡੇ ਸਰੀਰ ਤੇ ਪਾਏ ਬਸਤਰ ਜਿਹੜੇ ਨੇ ਉਜਵਲ ਹੋ ਗਏ ਨੇ। ਤੋ ਸਾਲ ਭਰ ਬਾਅਦ ਫੇਰ ਇਹ ਮੇਲਾ ਲੱਗਿਆ ਕਰੇਗਾ ਇਸ ਦਿਨ ਨੂੰ, ਜਿਸ ਦਿਨ ਅਸੀਂ ਅੱਜ ਆਏ ਹਾਂ। ਇੱਥੇ ਸੰਗਤਾਂ ਆ ਕੇ ਇਸ਼ਨਾਨ ਕਰਿਆ ਕਰਨਗੀਆਂ ਔਰ ਉਹਨਾਂ ਨੂੰ ਉਜਵਲਤਾਈ ਦੀ ਪ੍ਰਾਪਤੀ ਹੋਵੇਗੀ, ਅੰਤਸ਼ਕਰਨ ਦੀ ਸ਼ੁੱਧੀ ਹੋਵੇਗੀ। ਜਦੋਂ ਭਾਵਨਾ ਸਹਿਤ ਆ ਕੇ ਇਸ਼ਨਾਨ ਕਰਨਗੇ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਇਹੋ ਜੀ ਪ੍ਰਕਿਰਿਆ ਨਾਲ ਇਸ਼ਨਾਨ ਕਰਨਗੇ ਤਾਂ ਤਿਨਾਂ ਦੇ ਹਿਰਦੇ ਦੀ ਵੀ ਸ਼ੁੱਧੀ ਹੋਵੇਗੀ। ਇਹ ਬਚਨ ਗੁਰੂ ਕਲਗੀਧਰ ਪਾਤਸ਼ਾਹ ਨੇ ਕੀਤੇ। ਨਹੀਂ ਮਹਾਤਮ ਪ੍ਰਾਪਤ ਸਬੈ। ਮਹਾਰਾਜ ਜੀ ਕਹਿੰਦੇ ਹੁਣ ਨਹੀਂ ਤੁਹਾਨੂੰ ਉਹ ਮਹਾਤਮ ਪ੍ਰਾਪਤ ਹੋਣਾ ਜਿਹੜਾ ਅਸੀਂ ਪ੍ਰਾਪਤ ਕੀਤਾ। ਚੱਲ ਕਰ ਪੁਨ ਡੇਰੇ ਮਹਿ ਆਏ। ਇਦਾਂ ਇਹ ਕੌਤਕ ਕਰਕੇ ਸਤਿਗੁਰੂ ਜੀ ਨੇ ਜੱਸੀ ਪਿੰਡ ਦੇ ਵਿੱਚ ਹੀ ਬਾਰ-ਬਾਰ ਡੇਰਾ ਕੀਤਾ ਹੋਇਆ ਸੀ। ਉੱਥੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਚੱਲ ਕੇ ਆਏ। ਹਰੇ ਹੋਏ ਕੈ ਸਭਿਨ ਸੁਨਾਏ। ਔਰ ਇੱਥੇ ਖਲੋ ਕੇ ਨਾ ਮਹਾਰਾਜ ਜੀ ਘੋੜੇ ਤੋਂ ਲੱਥ ਕੇ ਖਲੋ ਕੇ ਉੱਚੀ ਉੱਚੀ ਆਵਾਜ਼ ਵਿੱਚ ਸਤਿਗੁਰੂ ਜੀ ਪੜਨ ਲੱਗੇ। ਜੱਸੀ ਆਏ ਚੱਲੇ ਗੁੜ ਖਾਏ ਚੱਲੇ। ਮਹਾਰਾਜ ਜੀ ਨੇ ਇੱਥੇ ਬਚਨ ਕਿਹਾ, ਜੱਸੀ ਆਏ ਚੱਲੇ ਗੁੜ ਖਾਏ ਚੱਲੇ। ਵੀ ਜੱਸੀ ਪਿੰਡ ਆਏ ਆ ਤੇ ਇੱਥੇ ਆ ਕੇ ਗੁੜ ਖਾ ਕੇ ਜਾਵਾਂਗੇ। ਹਾਲਾਂਕਿ ਉਦੋਂ ਉੱਥੇ ਨਾ ਕੋਈ ਗੁੜ ਦਾ ਨਾਂ ਨਿਸ਼ਾਨ ਵੀ ਨਹੀਂ ਸੀ, ਨਾ ਕਿਸੇ ਨੇ ਕੋਈ ਗੁੜ ਲਿਆਂਦਾ ਸੀ। ਸਤਿਗੁਰੂ ਜੀ ਪਹਿਲਾਂ ਹੀ ਉਚਾਰਨ ਕਰ ਰਹੇ ਨੇ, ਹਾਲੇ ਖੇਡ ਵਰਤਣੀ ਆਉਣ ਵਾਲੇ ਸਮੇਂ ਵਿੱਚ, ਪਰ ਕੁਝ ਸਮਾਂ ਪਹਿਲਾਂ ਹੀ ਮਹਾਰਾਜ ਜੀ ਪੜ ਰਹੇ ਨੇ, ਜੱਸੀ ਆਏ ਚਲੇ ਗੁੜ ਖਾਏ ਚੱਲੇ। ਏਦਾਂ 5-4 ਵਾਰੀ ਮਹਾਰਾਜ ਜੀ ਨੇ ਉੱਚੀ ਉੱਚੀ ਆਵਾਜ਼ ਵਿੱਚ ਇਹ ਪੰਕਤੀ ਪੜ੍ਹੀ। ਦੋਏ ਤ੍ਰੈ ਵਾਰੀ ਕਹਿਓ ਸੁਣਾਈ। ਏਦਾਂ 2-3 ਵਾਰੀ ਮਹਾਰਾਜ ਜੀ ਨੇ ਇਹ ਪੰਕਤੀ ਕਹਿ ਕੇ ਸੁਣਾਈ, ਜੱਸੀ ਆਏ ਚਲੇ ਗੁੜ ਖਾਏ ਚੱਲੇ। ਸੁਣ ਕੇ ਸਿੱਖ ਬੜੇ ਹੈਰਾਨ ਹੋ ਰਹੇ ਨੇ ਵੀ ਗੁੜ ਤਾਂ ਲਿਆਂਦਾ ਹੀ ਨਹੀਂ, ਨਾ ਪਿੰਡ ਵਾਲੇ ਲੈ ਕੇ ਆਏ ਨੇ, ਨਾ ਕਿਸੇ ਸਿੰਘ ਨੇ ਕੋਈ ਲਿਆ ਕੇ ਭੇਟ ਕੀਤਾ। ਸਿੱਖ ਹੈਰਾਨ ਹੋ ਰਹੇ ਨੇ ਕਿ ਸਤਿਗੁਰੂ ਜੀ ਇਹ ਕਿਸ ਤਰ੍ਹਾਂ ਦੇ ਬਚਨ ਕਰ ਰਹੇ ਹਨ। ਤੂਸ਼ਨ ਰਹੇ ਸਕਲ ਬੇਸਮਾਈ। ਸਾਰੇ ਚੁੱਪਚਾਪ ਬੈਠੇ ਨੇ, ਨਾਲੇ ਹੈਰਾਨ ਨੇ ਕਿ ਕਲਗੀਧਰ ਜੀ ਦੀ ਇਹ ਕੈਸੀ ਲੀਲਾ ਵਰਤ ਰਹੀ ਹੈ। ਬੀਤ ਗਈ ਜਬ ਘਟਕਾ ਚਾਰੀ। ਏਦਾਂ ਬੈਠਿਆਂ ਬੈਠਿਆਂ ਜਦੋਂ 4 ਘੜੀਆਂ ਦਾ ਸਮਾਂ ਬੀਤ ਗਿਆ ਤੇ ਸਤਿਗੁਰੂ ਜੀ ਨੇ 4 ਘੜੀਆਂ ਪਹਿਲਾਂ ਕਿਹਾ ਸੀ, ਜੱਸੀ ਆਏ ਚੱਲੇ ਗੁੜ ਖਾਏ ਚੱਲੇ। ਤੋ ਏਦਾਂ 4 ਘੜੀਆਂ ਜਦੋਂ ਸਮਾਂ ਬੀਤ ਗਿਆ, ਉਤਰ ਥਿਰੀ ਸੈਨਾ ਤਬ ਸਾਰੀ। ਸਾਰੀਆਂ ਫੌਜਾਂ ਮਹਾਰਾਜ ਜੀ ਦੀਆਂ ਇੱਥੇ ਆਣ ਕੇ ਉਤਰ ਗਈਆਂ। ਜਿਹੜੇ ਸੇਰੂਮੇ ਜਿਹੜੇ ਪੈਦਲ ਆਉਂਦੇ ਸੀ ਪਿੱਛੋਂ, ਤੇ ਘੋੜਸਵਾਰ ਤਾਂ ਪਹਿਲਾਂ ਆ ਜਾਂਦੇ, ਪੈਦਲ ਤਾਂ ਹੌਲੇ ਹੌਲੇ ਆਉਂਦੇ ਸੀ ਨਾ ਪਿੱਛੇ, ਉਹ ਸਾਰੀਆਂ ਫੌਜਾਂ ਜਦੋਂ ਆ ਗਈਆਂ ਸਭ ਦਾ ਪੜਾ ਲੱਗ ਗਿਆ। ਏਕ ਲੁਬਾਣਾ ਤਹ ਚੱਲ ਆਇਓ। ਇੰਨੇ ਨੂੰ ਇੱਕ ਲੁਬਾਣਾ ਸਿੱਖ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਇੱਥੇ ਮਹਾਰਾਜ ਜੀ ਦੇ ਚਰਨਾਂ 'ਚ ਪਹੁੰਚਿਆ। ਬੈਲਨ ਬ੍ਰਿੰਦ ਸੰਗ ਮੈਂ ਲਿਆਇਓ। ਇਹਦੇ ਕੋਲ ਕਈ ਗੱਡੇ ਸੀ। ਖਾਲਸਾ ਜੀ ਉਹਨਾਂ ਵੇਲਿਆਂ ਦੇ ਵਿੱਚ ਜਿਹੜਾ ਟਰਾਂਸਪੋਰਟ ਦਾ ਕੰਮ ਹੁੰਦਾ ਸੀ, ਢੋਆ ਢਵਾਈ ਦਾ, ਉਹ ਜ਼ਿਆਦਾ ਤੌਰ ਤੇ ਲੁਬਾਣੇ ਤੇ ਵਣਜਾਰੇ ਕਰਿਆ ਕਰਦੇ ਸਨ। ਇਹਨਾਂ ਦੀ ਇੱਕ ਕਿਰਤ ਸੀ। ਮੱਖਣ ਸ਼ਾਹ ਲੁਬਾਣੇ ਦਾ ਵੀ ਇਹ ਕੰਮ ਸੀ, ਲੱਖੀ ਸ਼ਾਹ ਵਣਜਾਰਾ ਜੀ, ਉਹਨਾਂ ਦੇ ਵੀ 1000-1200 ਗੱਡੇ ਉਹਨਾਂ ਵੇਲਿਆਂ 'ਚ ਚੱਲਦੇ ਸਨ। ਇਹ ਜਿਹੜਾ ਲੁਬਾਣਾ ਸਿੱਖ ਆਇਆ, ਇਹਦਾ ਵੀ ਢੋਆ ਢਵਾਈ ਦਾ ਕੰਮ ਸੀ। ਇਧਰੋਂ ਖਰੀਦਿਆ, ਦੂਜੇ ਨਗਰ ਵਿੱਚ ਚਲੇ ਗਏ, ਉੱਥੋਂ ਲਿਆ ਸਮਾਨ ਅਗਲੇ ਨਗਰ ਤੇ, ਏਦਾਂ ਇਹ ਕੰਮ ਕਰਿਆ ਕਰਦੇ। ਲੁਬਾਣਾ ਸਿੱਖ ਇਹਦੇ ਕੋਲ ਕਈ ਗੱਡੇ ਨੇ। ਉਹਨਾਂ ਗੱਡਿਆਂ ਨੂੰ ਲੈ ਕੇ ਇਹਨੂੰ ਪਤਾ ਲੱਗਾ ਕਿ ਕਲਗੀਧਰ ਜੀ ਇੱਥੇ ਉਤਰੇ ਹੋਏ ਨੇ ਜੱਸੀ ਪਿੰਡ। ਤੂੰ ਇਹ ਸਤਿਗੁਰਾਂ ਦੇ ਚਰਨਾਂ ਵਿੱਚ ਚੱਲ ਕੇ ਆਇਆ। ਕਰਤ ਫਿਰਤ ਗੁੜ ਕੋ ਵਾਪਾਰਾ। ਇਹਨੇ ਗੱਡਿਆਂ ਦੇ ਉੱਤੇ ਗੁੜ ਲੱਦਿਆ ਹੋਇਆ ਸੀ। ਕੁਝ ਸਮਾਂ ਪਹਿਲਾਂ ਹੀ ਸਤਿਗੁਰੂ ਜੀ ਕਹਿ ਰਹੇ ਸਨ, ਜੱਸੀ ਆਏ ਚਲੇ ਗੁੜ ਖਾਏ ਚੱਲੇ। ਤੇ ਇਹ ਗੁੜ, ਕਿਉਂਕਿ ਮਹਾਰਾਜ ਜੀ ਨੂੰ ਪਤਾ ਸੀ ਵੀ ਆ ਰਿਹਾ ਸਿੱਖ ਗੁੜ ਲੈ ਕੇ, ਵੀ ਅੱਜ ਲੰਗਰ ਜਿਹੜਾ ਉਹ ਗੁੜ ਦਾ ਹੀ ਛਕਣਾ ਸਾਰਿਆਂ ਨੇ, ਰੱਜ ਪ੍ਰਸ਼ਾਦਾ ਨਹੀਂ ਪੱਕਣਾ ਸ਼ਾਮ ਨੂੰ। ਤੋ ਸਤਿਗੁਰੂ ਜੀ ਨੇ ਖੇਡ ਵਰਤਾਈ। ਪਹਿਲਾਂ ਜਾਣੀ ਜਾਣਦੇ ਸਨ ਵੀ ਇਦਾਂ ਹੋਣਾ ਹੈ।
ਉਹ ਲੁਬਾਣਾ ਸਿੱਖ ਜੀ ਨੇ ਗੱਡੇ ਦੇ ਕਈ ਗੱਡਿਆਂ ਦੇ ਉੱਤੇ ਗੁੜ ਲੱਦਿਆ ਹੋਇਆ, ਉਹ ਸਤਿਗੁਰਾਂ ਕੋਲ ਆਇਆ। ਉਤਰੇ ਗੁਰੂ ਨਤ ਮੁਦ ਧਾਰਾ। ਪਤਾ ਲੱਗਾ ਕਿ ਕਲਗੀਧਰ ਜੀ ਉਤਰੇ ਨੇ ਜੱਸੀ ਪਿੰਡ, ਉਹਨੂੰ ਬੜੀ ਖੁਸ਼ੀ ਹੋਈ, ਬੜੀ ਭਾਰੀ ਖੁਸ਼ੀ ਹੋਈ। ਪੱਕਾ 30 ਮਣਾ ਗੁੜ ਲਿਆਏ। 30 ਮਣ ਪੱਕਾ ਗੁੜ। 30 ਮਣ ਪੱਕੇ ਦਾ ਮਤਲਬ ਹੈ ਕੱਚਾ ਮਣ ਹੁੰਦਾ ਸੀ ਪੁਰਾਣੇ, ਇੱਕ ਪੱਕਾ ਮਣ 40 ਸੇਰ ਦਾ ਹੁੰਦਾ ਸੀ। 20 ਸੇਰ ਵੱਖੋ ਵੱਖਰੇ ਇਲਾਕਿਆਂ 'ਚ ਵੱਖੋ ਵੱਖਰੇ ਮਣਾਂ ਦਾ ਹਿਸਾਬ ਕਿਤਾਬ ਹੁੰਦਾ ਸੀ। 20 ਸੇਰ ਦਾ ਵੀ ਕਿਤੇ ਮਣ ਹੁੰਦਾ ਸੀ ਤੇ 40 ਸੇਰ ਦਾ ਪੱਕਾ ਮਣ ਕਿਹਾ ਜਾਂਦਾ ਸੀ। ਅੱਜ ਕੱਲ 40 ਕਿਲੋ ਦਾ ਮਣ ਕਿਹਾ ਜਾਂਦਾ, ਜਿਹੜਾ ਹੁਣ ਦਾ ਤੋਲ ਹੈ ਵਰਤਮਾਨ ਸਮੇਂ 'ਚ 40 ਕਿਲੋ ਨੂੰ ਮਣ ਕਹਿ ਦਿੰਦੇ ਆ। ਤੋਂ ਪਹਿਲਾਂ ਸੇਰ ਹੁੰਦੇ ਸਨ, ਫਿਰ ਮੁੜ ਕੇ ਕਿਲੋਗ੍ਰਾਮਾਂ ਦੇ ਵਿੱਚ ਇਹ ਵੰਡ ਜਿਹੜੀ ਹੋਈ ਹੈ। ਤੋਂ 40 ਮਣ ਪੱਕਾ ਗੁੜ, ਯਾਨੀ ਕਿ 40 ਮਣ ਪੱਕਾ, ਉਹ ਗੋੜੇ ਲੈ ਕੇ ਮਹਾਰਾਜ ਜੀ ਦੇ ਕੋਲ ਲਿਆਇਆ। ਸ਼੍ਰੀ ਗੁਰ ਆਗੇ ਪੇਟ ਚੜਾਏ। 30 ਮਣ ਗੁੜ ਜਿਹੜਾ ਸੀ ਪੱਕਾ, ਉਹ ਲਿਆ ਕੇ ਨੇ ਸਤਿਗੁਰੂ ਜੀ ਦੇ ਅੱਗੇ ਚਰਨਾਂ 'ਚ ਭੇਟ ਕੀਤਾ। ਕਰ ਬੰਧਨ ਕੋ ਦਰਸ਼ਨ ਪਾਇਓ। ਔਰ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਬੜੇ ਅਦਬ ਨਾਲ ਬੰਦਨਾ ਕੀਤੀ, ਮੱਥਾ ਟੇਕਿਆ। ਹਿਰਦੇ ਆਨੰਦ ਜਨਮ ਸਫਲ ਆਇਓ। ਇਹਦੇ ਹਿਰਦੇ 'ਚ ਵੱਡਾ ਭਾਰੀ ਆਨੰਦ, ਇਹਦੇ ਜਾਣਿਆ ਮੇਰਾ ਜਨਮ ਸਤਿਗੁਰਾਂ ਨੇ ਸਫਲ ਕਰ ਦਿੱਤਾ ਹੈ। ਹਿਰਦੇ 'ਚ ਆਨੰਦ ਹੈ ਔਰ ਇਹਦਾ ਜਨਮ ਸਤਿਗੁਰੂ ਜੀ ਨੇ ਸਫਲਿਆ ਕਰ ਦਿੱਤਾ। ਖੁਸ਼ੀ ਕਰੀ ਗੁਰ ਪੂਰੀ ਆਸਾ। ਸਤਿਗੁਰੂ ਜੀ ਨੇ ਇਸ ਲੁਬਾਣੇ ਸਿੱਖ ਤੇ ਖੁਸ਼ੀਆਂ ਕੀਤੀਆਂ ਔਰ ਇਹਦੇ ਮਨ ਦੀਆਂ ਆਸਾਂ ਪੂਰਨ ਕੀਤੀਆਂ। ਅੰਤ ਸਮੇਂ ਕੋ ਦੇ ਪਰਵਾਸਾ। ਬਚਨ ਕੀਤਾ ਸਿੱਖਾ, ਅੰਤਲੇ ਵੇਲੇ ਜਦੋਂ ਕੋਈ ਨਾ ਨਿਭੇਗਾ ਤੇਰੇ ਨਾਲ, ਉਦੋਂ ਵੀ ਅਸੀਂ ਤੇਰੇ ਨਾਲ ਰਹਾਂਗੇ। ਜਦੋਂ ਸੰਗ ਸਖਾ ਸਭ ਤਜ ਗਏ, ਉਦੋਂ ਵੀ ਅਸੀਂ ਤੇਰੇ ਨਾਲ ਨਿਭਾਂਗੇ। ਨਿਕਟ ਗੁਰੂ ਕੇ ਕੀਨਸ ਡੇਰਾ। ਏਦਾਂ 30 ਮਣ ਪੱਕਾ ਗੁੜ ਸਤਿਗੁਰਾਂ ਨੂੰ ਇਹਨੇ ਭੇਟ ਕੀਤਾ ਤੇ ਜਿੱਥੇ ਸਤਿਗੁਰਾਂ ਦਾ ਡੇਰਾ ਸੀ ਉੱਥੇ ਹੀ ਨੇੜੇ, ਕਿਉਂਕਿ ਕਈ ਗੱਡੇ ਸਨ ਇਹਦੇ ਕੋਲ, ਉਹਨਾਂ ਦੇ ਨਾਲ ਗੱਡਿਆਂ ਨੂੰ ਹੱਕਣ ਵਾਲੇ ਕਾਮੇ ਵੀ ਸਨ, ਉਹਨਾਂ ਸਾਰਿਆਂ ਸਮੇਤ ਇਹਨੇ ਸਤਿਗੁਰਾਂ ਦੇ ਕੋਲ ਹੀ ਡੇਰਾ ਕੀਤਾ। ਏਕ ਨਿਸਾ ਕੋ ਕੀਨ ਬਸੇਰਾ। ਇੱਕ ਰਾਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਰਿਹਾ। ਤਿਸ ਦਿਨ ਰਸਤ ਨਹੀਂ ਬਰਤਾਈ। ਹੁਣ ਉਸ ਦਿਨ 30 ਮਣ ਇਕੱਠਾ ਗੁੜ ਆ ਗਿਆ, ਢੇਰ ਲੱਗ ਗਏ ਗੁੜ ਦੇ। ਉਸ ਦਿਨ ਕੋਈ ਹੋਰ ਰਸਤ ਜਿਹੜੀ ਸੀ ਉਹ ਸਿੰਘਾਂ ਵਿੱਚ ਨਹੀਂ ਵੰਡੀ। ਜੇਤਿਕ ਅਚੈ ਗੁੜ ਦੀ ਸਭ ਤਾਈ। ਮਹਾਰਾਜ ਜੀ ਨੇ ਆਖਿਆ ਬਈ ਅੱਜ ਗੁੜ ਦਾ ਹੀ ਲੰਗਰ ਛਕੋ ਸਾਰੇ। ਗੁੜ ਲਿਆਇਆ ਸਿੰਘ ਤੇ ਸਾਰਿਆਂ ਵਿੱਚ ਵਰਤਾਉਣਾ। ਤੇ ਕਹਿੰਦੇ ਜਿੰਨਾ ਜਿੰਨਾ, ਉਦੋਂ ਫਿਰ 2-2 ਸੇਰ ਤਾਂ ਗੁੜ ਛਕ ਜਾਂਦੇ ਸਨ, ਬੈਠਿਆਂ ਬੈਠਿਆਂ ਚੱਕ ਮਾਰ ਕੇ, ਨਾਲ ਦੁੱਧ ਪੀ ਵੀ ਜਾਣਾ, ਕਿਲੋ 2-2 ਕਿਲੋ ਦੁੱਧ ਪੀ ਜਾਣਾ, ਨਾਲ ਗੁੜ ਛਕੀ ਜਾਣਾ। ਸਾਰਿਆਂ ਦੇ ਵਿੱਚ ਗੁੜ ਜਿਹੜਾ ਸੀ ਉਹ ਵਰਤਾਇਆ ਗਿਆ। ਨਹੀਂ ਦੇਗ ਪੀ ਤਿਸ ਦਿਨ ਹੋਈ। ਉਸ ਦਿਨ ਸ਼ਾਮ ਨੂੰ ਲੰਗਰ ਨਹੀਂ ਬਣਿਆ, ਲੰਗਰ ਨਹੀਂ ਪੱਕਿਆ, ਗੁੜ ਹੀ ਦਿੱਤਾ ਵੀ ਸਾਰੇ ਰੱਜ ਕੇ ਗੁੜ ਛਕੋ। ਗੁੜ ਕੋ ਖਾਏ ਰਹੇ ਸਭ ਕੋਈ। ਕਹਿੰਦੇ ਗੁੜ ਖਾਦਾ ਸਾਰਿਆਂ ਨੇ, ਜਿੰਨਾ ਜਿੰਨਾ ਪਚਾ ਜਾਂਦੇ ਸਨ ਉਹਨਾਂ ਵੇਲਿਆਂ ਵਿੱਚ ਗੁੜ। ਕਹਿੰਦੇ ਸੇਰ 2-2 ਸੇਰ ਗੁੜ ਖਾਣ ਵਾਲੇ ਸਨ। ਉਹ ਗੁੜ ਖਾ ਕੇ ਕਹਿੰਦੇ ਸਾਰੇ ਆਨੰਦਿਤ ਹੋ ਗਏ। ਕਹਿੰਦੇ ਅੱਜ ਤਾਂ ਕਮਾਲ ਹੋ ਗਈ, ਅੱਜ ਤਾਂ ਲੰਗਰ ਗੁੜ ਦਾ ਹੀ ਛਕਿਆ। ਕਲਗੀਧਰ ਜੀ ਨੇ ਵੀ ਪਹਿਲਾਂ ਕਿਹਾ ਸੀ ਜੱਸੀ ਆਏ ਚੱਲੇ ਗੁੜ ਖਾਏ ਚੱਲੇ, ਵੀ ਇੱਥੇ ਲੰਗਰ ਨਹੀਂ ਸੀ ਪੱਕਣਾ, ਅੱਜ ਗੁੜ ਹੀ ਛਕਣਾ ਸੀ ਸਾਰਿਆਂ ਨੇ। ਸਤਿਗੁਰੂ ਜੀ ਨੇ ਤਾਂ ਹੀ ਪਹਿਲਾਂ ਇਹ ਬਚਨ ਕਹਿ ਦਿੱਤੇ ਸਨ। ਕਹਿੰਦੇ ਹੁਣ ਇਸ ਗੱਲ ਦੀ ਸਮਝ ਆਈ ਹੈ। ਸਕਲ ਤੁਰੰਗਨ ਦਈ ਨਿਹਾਰੀ। ਕਹਿੰਦੇ ਘੋੜਿਆਂ ਨੂੰ ਵੀ ਛਕਾਇਆ ਗੁੜ। ਘੋੜੇ ਜਿਹੜੇ ਸਨ ਸਿੰਘਾਂ ਦੇ, ਉਹਨਾਂ ਨੂੰ ਵੀ ਸਵਾਇਆ ਥੋੜਾ ਥੋੜਾ ਗੁੜ ਘੋੜਿਆਂ ਨੂੰ ਵੀ ਛਕਾਇਆ ਤੇ ਉਹਨਾਂ ਨੂੰ ਨਿਹਾਰੀਆਂ ਦਿੱਤੀਆਂ। ਦੇਗ ਕਰੀ ਅਗਲੇ ਦਿਨ ਭਾਰੀ। ਸ਼ਾਮ ਨੂੰ ਉਦੋਂ ਲੰਗਰ ਨਹੀਂ ਪੱਕਿਆ, ਅਗਲੇ ਦਿਨ ਲੰਗਰ ਤਿਆਰ ਹੋਇਆ। ਅਗਲੇ ਦਿਨ ਸਵੇਰੇ ਫਿਰ ਵੱਡੀ ਦੇਗ ਤਿਆਰ ਹੋਈ, ਲੰਗਰ ਤਿਆਰ ਹੋਇਆ। ਬਹੁਰ ਗ੍ਰਾਮ ਕੇ ਨਰਗਨ ਆਏ। ਫਿਰ ਜਿਹੜੇ ਜੱਸੀ ਪਿੰਡ ਦੇ ਲੋਕ ਸਨ ਜਾਂ ਨੇੜੇ ਤੇੜੇ ਹੋਰ ਪਿੰਡਾਂ ਦੇ ਲੋਕ ਸਨ, ਉਹ ਚੱਲ ਕੇ ਕਲਗੀਧਰ ਜੀ ਦੇ ਦਰਸ਼ਨਾਂ ਨੂੰ ਆਏ ਹਨ। ਯਥਾ ਸ਼ਕਤ ਭੇਟਨ ਕੋ ਲਿਆਏ। ਯਥਾ ਸ਼ਕਤ ਭੇਟਾਵਾਂ ਸਤਿਗੁਰਾਂ ਦੇ ਚਰਨਾਂ ਵਿੱਚ ਲਿਆ ਕੇ ਭੇਟ ਕਰਦੇ ਨੇ, ਲੈ ਕੇ ਹਾਜ਼ਰ ਹੋਏ। ਕੇਤਿਕ ਦਿਨ ਮੁਕਾਮ ਕਰ ਥਿਰੇ। ਏਦਾਂ ਜੱਸੀ ਪਿੰਡ ਸਤਿਗੁਰੂ ਜੀ ਨੇ ਕੁਝ ਦਿਨ ਵਿਸ਼ਰਾਮ ਕੀਤਾ। ਇੱਥੇ ਕੁਝ ਦਿਨ ਸਤਿਗੁਰੂ ਜੀ ਨੇ ਆਪਣਾ ਟਿਕਾਣਾ ਕੀਤਾ। ਬਹੁਰ ਕੋਚ ਤਹ ਤੇ ਪ੍ਰਭ ਕਰੇ। ਕੁਝ ਦਿਨ ਸਤਿਗੁਰੂ ਜੀ ਇੱਥੇ ਰਹੇ
ਤੇ ਫਿਰ ਸਤਿਗੁਰੂ ਜੀ ਨੇ ਇੱਥੋਂ ਅੱਗੇ ਨੂੰ ਕੂਚ ਕੀਤਾ ਹੈ। ਪੱਕੇ ਗ੍ਰਾਮ ਕੀਓ ਪੁਨ ਡੇਰਾ। ਅੱਗੇ ਇੱਕ ਪਿੰਡ ਆਇਆ, ਉਸ ਪਿੰਡ ਦਾ ਨਾਮ ਹੈ ਪੱਕਾ। ਪੱਕਾ ਪਿੰਡ, ਪੱਕੇ ਪਿੰਡ ਆ ਕੇ ਸਤਿਗੁਰੂ ਜੀ ਨੇ ਡੇਰਾ ਕੀਤਾ। ਏਕ ਨਿਸਾ ਤਹਿ ਬਸੇ ਬਸੇਰਾ। ਇੱਕ ਰਾਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇੱਥੇ ਬਸੇਰਾ ਕੀਤਾ। ਗੁਰ ਤੁਰੰਗ ਜਹ ਲਾਵਨ ਕੀਨ। ਕਹਿੰਦੇ ਇੱਥੇ ਜਿੱਥੇ ਸਤਿਗੁਰਾਂ ਦਾ ਘੋੜਾ ਬੰਨਿਆ ਸੀ 3 ਕਿੱਲੇ ਗੱਡ ਕੇ, ਵੇਖ ਤਹਾਂ ਗਾਡੀ ਧਰਤੀਨ। ਜਿਹੜੀਆਂ ਉਹ 3 ਕਿੱਲੇ ਮੇਖਾਂ ਉੱਥੇ ਗੱਡੀਆਂ ਸਨ ਜ਼ਮੀਨ ਵਿੱਚ ਘੋੜਾ ਬੰਨਣ ਲਈ, 2 ਪਛਾੜੀਆਂ ਪਾਉਣ ਵਾਸਤੇ ਤੇ ਇੱਕ ਅਗਲੇ ਪਾਸਿਓਂ ਗਰਦਨ ਤੋਂ ਰੱਸਾ ਪਾ ਕੇ ਬੰਨਣ ਵਾਸਤੇ। ਤਿੰਨੋਂ ਜੰਡ ਹਰੇ ਹੋਏ ਗਏ। ਕਹਿੰਦੇ ਗੁਰੂ ਸਾਹਿਬ ਦੀ ਕਲਾ ਦੇ ਨਾਲ, ਘੋੜੇ ਦੇ ਸਪਰਸ਼ ਦੇ ਨਾਲ ਹੀ ਕਹਿ ਲਈਏ, ਉਹ ਜਿਹੜੇ 3 ਕਿੱਲੇ ਜ਼ਮੀਨ 'ਚ ਗੱਡੇ ਸਨ, ਉੱਥੇ 3 ਜੰਡ ਬਣ ਗਏ ਪੱਕੇ ਪਿੰਡ 'ਚ। ਉਹ 3 ਜੰਡ ਕਹਿੰਦੇ ਦਰਖਤ ਉੱਥੇ ਉਗ ਗਏ। ਅਬ ਲੋਕ ਹਰੇ ਨਰਨ ਦਰਸਏ। ਕਹਿੰਦੇ ਹੁਣ ਤੱਕ ਖੜੇ ਮਾਂ ਕਵੀ ਭਾਈ ਸੰਤੋਖ ਸਿੰਘ ਜੀ ਦੀ ਵੇਖੋ ਇਮਾਨਦਾਰੀ ਕੈਸੀ ਹੈ। ਉਹ ਕਹਿੰਦੇ ਵੀ ਮੈਂ ਆਪ ਹੀ ਨਹੀਂ ਜਾ ਕੇ ਵੇਖੇ ਸਾਰੇ ਇਤਿਹਾਸਕ ਸਥਾਨ, ਬਹੁਤੇ ਸਥਾਨਾਂ ਬਾਰੇ ਕਹਿੰਦੇ ਮੈਨੂੰ ਸਿੱਖਾਂ ਨੇ ਦੱਸਿਆ ਜਿਹੜੇ ਉੱਥੇ ਵੇਖ ਕੇ ਆਏ ਨੇ, ਔਰ ਬੜੀ ਇਮਾਨਦਾਰੀ ਨਾਲ ਲਿਖਿਆ। ਲਿਖ ਵੀ ਸਕਦੇ ਸੀ ਵੀ ਮੈਂ ਆਪ ਵੇਖ ਕੇ ਆਇਆ, ਆਪ ਜਾ ਕੇ ਵੇਖ ਕੇ ਮੁਆਇਨਾ ਕੀਤਾ। ਜਿਹੜੀ ਇਮਾਨਦਾਰੀ ਵੇਖੋ ਲਿਖਾਰੀ ਦੀ, ਵੀ ਮੈਨੂੰ ਉੱਥੋਂ ਇਹ ਸੋਰਸ ਮਿਲਿਆ, ਫਲਾਣੇ ਸਿੱਖ ਉੱਥੋਂ ਆਏ ਸਨ, ਉਹਨਾਂ ਨੇ ਮੈਨੂੰ ਆ ਕੇ ਦੱਸਿਆ ਕਿ ਉੱਥੇ ਉਹ 3 ਜਿਹੜੀਆਂ ਮੇਖਾਂ ਘੋੜੇ ਦੇ ਪੈਰਾਂ ਨਾਲ ਛੂਹੀਆਂ ਸਨ, ਉਹਦੇ 3 ਜੰਡ ਬਣੇ ਨੇ। ਉਹ ਸਿੱਖ ਵੇਖ ਕੇ ਆਏ ਨੇ, ਹੁਣ ਤੱਕ ਖੜੇ ਨੇ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੱਸਦੇ ਹਨ, ਪੁਨ ਤਹਿ ਤੇ ਕਰ ਕੂਚ ਪਿਆਨੇ। ਇਹਦਾ ਪੱਕੇ ਪਿੰਡ ਤੋਂ ਸਤਿਗੁਰੂ ਜੀ ਨੇ ਫਿਰ ਇੱਥੋਂ ਕੂਚ ਕੀਤਾ। ਸੁਨ ਸੁਨ ਨਰ ਦਰਸ਼ਨ ਕੋ ਠਾਨੇ। ਬਹੁਤ ਸਾਰੇ ਨਰ ਜਿਨ੍ਹਾਂ ਨੂੰ ਪਤਾ ਲੱਗਦਾ ਮਾਲਵੇ ਦੇ ਜੰਗਲ ਦੇ ਇਲਾਕੇ ਦੇ ਰਹਿਣ ਵਾਲੇ ਲੋਕਾਂ ਨੂੰ, ਉਹ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਚੱਲ ਕੇ ਆਉਂਦੇ ਹਨ। ਰਹਿਓ ਨਿਕਟ ਤਲਵੰਡੀ ਗ੍ਰਾਮੋ। ਨੇੜੇ ਹੀ ਉੱਥੋਂ ਤਲਵੰਡੀ ਨਗਰ ਨੇੜੇ ਰਹਿ ਗਿਆ। ਸਾਬੋ ਕੀ ਤਲਵੰਡੀ ਜਿਸ ਨੂੰ ਕਹਿੰਦੇ ਨੇ, ਤੋ ਸਾਬੋ ਕੀ ਤਲਵੰਡੀ ਇੱਥੋਂ ਨੇੜੇ ਰਹਿ ਗਿਆ। ਜਹਾਂ ਬਸੇ ਡੱਲਾ ਕਰ ਧਾਮੂ। ਸਾਬੋ ਕੀ ਤਲਵੰਡੀ ਵਿੱਚ ਭਾਈ ਡੱਲਾ ਜੀ ਰਹਿੰਦੇ ਹਨ। ਇਹਨਾਂ ਦਾ ਘਰ ਸੀ, ਹੁਣ ਵੀ ਉਹ ਘਰ ਮੌਜੂਦ ਹੈ। ਦਮਦਮਾ ਸਾਹਿਬ ਭਾਈ ਡੱਲੇ ਦਾ ਘਰ, ਮਹਾਰਾਜ ਜੀ ਦੀਆਂ ਯਾਦਗਾਰਾਂ ਇਸ ਘਰ ਦੇ ਵਿੱਚ ਮੌਜੂਦ ਹਨ। ਸੰਗਤਾਂ ਦਰਸ਼ਨ ਕਰਦੀਆਂ ਨੇ। ਤੋ ਭਾਈ ਡੱਲਾ ਜੀ ਜੋ ਇਸ ਨਗਰ ਤਲਵੰਡੀ ਦੇ ਵਿੱਚ ਰਹਿੰਦੇ ਸਨ, ਸਾਬੋ ਕੇ ਰਾਹਕ ਗਨ ਜੇਤੇ। ਨੇੜੇ ਤੇੜੇ ਸਾਬੋ ਕੀ ਤਲਵੰਡੀ ਦੇ ਜਿੰਨੇ ਰਾਹਕ ਨੇ, ਜ਼ਿਮੀਦਾਰ ਹਨ, ਇਸ ਕੇ ਅਨੁਸਾਰੀ ਰਹਤੇ ਤੇ। ਉਹ ਸਾਰੇ ਭਾਈ ਡੱਲੇ ਦੇ ਅਧੀਨ ਰਹਿੰਦੇ ਸੀ। ਡੱਲਾ ਇਹਨਾਂ ਸਾਰਿਆਂ ਦਾ ਚੌਧਰੀ ਸੀ, ਸਾਰੇ ਇਲਾਕੇ ਦਾ ਚੌਧਰੀ ਸੀ। ਤੇ ਇਲਾਕੇ ਦੇ ਜਿੰਨੇ ਜ਼ਿਮੀਦਾਰ ਸਨ, ਉਹ ਸਾਰੇ ਭਾਈ ਡੱਲੇ ਦੇ ਅਨੁਸਾਰ ਚੱਲਦੇ ਸਨ। ਬਿਨ ਸੁਨ ਕਰ ਸਤਿਗੁਰ ਆਗਵਨੂ। ਜਦੋਂ ਭਾਈ ਡੱਲਾ ਜੀ ਨੂੰ ਪਤਾ ਲੱਗਾ ਕਿ ਕਲਗੀਧਰ ਜੀ ਸਾਡੇ ਨਗਰ ਦੇ ਨੇੜੇ ਆ ਗਏ ਹਨ, ਆਏ ਨਿਕਟ ਦੁਸ਼ਟ ਦਲ ਦਮਨੂ। ਦੁਸ਼ਟਾਂ ਦਾ ਦਲ ਦਮਨ ਕਰਨ ਵਾਲੇ, ਦੁਸ਼ਟ ਦਮਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਏ ਹਨ। ਭਵਨ ਭਵਨ ਪ੍ਰਤਮਾਨਵ ਪਠ ਤੇ ਕੈ। ਡੱਲੇ ਨੇ ਉਸੇ ਵੇਲੇ ਕੱਲੇ ਕੱਲੇ ਘਰ ਚ ਆਪਣੇ ਨੌਕਰ ਭੇਜੇ ਰਾਹਕ ਸਕਲ ਹਕਾਰ ਇਕੱਠ ਤੇ ਕੈ। ਬੜੇ ਜ਼ਿਮੀਦਾਰ ਇਕੱਠੇ ਕੀਤੇ ਵੀ ਆਪਾਂ ਇਕੱਠੇ ਹੋ ਕੇ ਚੱਲਣਾ ਸਤਿਗੁਰਾਂ ਦੇ ਕੋਲ। ਡੱਲੇ ਦਾ ਨੌਕਰ ਜਿਹੜੇ ਸਨ ਡੱਲੇ ਦੇ, ਉਹ ਕੱਲੇ ਕੱਲੇ ਘਰ ਸੁਨੇਹਾ ਲੈ ਕੇ ਗਏ ਕਿ ਡੱਲੇ ਚੌਧਰੀ ਨੇ ਸੱਦਿਆ, ਤੁਹਾਨੂੰ ਸਾਰਿਆਂ ਨੂੰ ਤਿਆਰ ਬਰ ਹੋ ਕੇ ਆਓ। ਏਦਾਂ ਕੱਲੇ ਕੱਲੇ ਘਰ ਦੇ ਵਿੱਚੋਂ ਇਹਨੇ ਬੰਦੇ ਸੱਦ ਕੇ ਆਪਣੇ ਕੋਲ ਬੁਲਾਏ। ਸ਼ਸਤਰ ਧਾਰ ਤਤ ਛਿਨ ਚਲ ਆਏ। ਭਾਈ ਡੱਲੇ ਦਾ ਹੁਕਮ ਸੁਣ ਕੇ ਜਿੰਨੇ ਨਗਰ ਦੇ ਵਿੱਚ ਜਾਂ ਨੇੜੇ ਤੇੜੇ ਪਿੰਡਾਂ ਦੇ ਵਿੱਚ ਜ਼ਿਮੀਦਾਰ ਸਨ, ਉਹ ਸਾਰੇ ਸ਼ਸਤਰ ਧਾਰੀ ਹੋ ਕੇ ਚੱਲ ਕੇ ਆ ਗਏ। ਸੁਪਾਟ ਚਤਰ ਸ਼ਤ ਕੋ ਸਮੁਦਾਏ। ਔਰ ਕਹਿੰਦੇ ਇਸ ਤਰ੍ਹਾਂ ਤਕਰੀਬਨ 400 ਸੂਰਮਾ ਸੀ ਇਹਨੇ ਇਕੱਠਾ ਕਰ ਲਿਆ ਆਪਣੇ ਨਾਲ। ਭਾਈ ਡੱਲੇ ਦੇ ਨਾਲ ਜਿਹੜੇ ਉਹ ਜ਼ਿਮੀਦਾਰ ਇਕੱਠੇ ਹੋਏ ਸਾਰੇ ਸ਼ਸਤਰ ਧਾਰੀ, ਉਹਨਾਂ ਦੀ ਕੁੱਲ ਗਿਣਤੀ ਚਤਰ ਸ਼ਤ, 7 ਦਾ ਮਤਲਬ ਹੁੰਦਾ 100। 400 ਸੂਰਮੇ ਜਿਹੜੇ ਸਨ ਉਹ ਭਾਈ ਡੱਲੇ ਨੇ ਆਪਣੇ ਨਾਲ ਇਕੱਠੇ ਕੀਤੇ। ਗਮਨਿਓ ਮਿਲ ਸਭ ਸੰਗ ਅਗਾਰੀ। ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਆਪ ਮੂਹਰੇ ਲੱਗ ਕੇ
ਕਲਗੀਧਰ ਜੀ ਦੇ ਦਰਸ਼ਨ ਕਰਨ ਵਾਸਤੇ ਅੱਗੇ ਆਇਆ। ਆਦਰ ਹੇਤ ਭਾਉ ਕਰ ਭਾਰੀ। ਸਤਿਗੁਰੂ ਜੀ ਦਾ ਆਦਰ ਕਰਨ ਵਾਸਤੇ ਔਰ ਮਨ 'ਚ ਭਾਰੀ ਪ੍ਰੇਮ ਧਾਰਨ ਕਰਕੇ ਆਇਆ। ਆਵਤ ਚੜੇ ਰੂਪ ਸੁਖ ਕੰਦਾ। ਅੱਗੋਂ ਵੇਖਿਆ ਕਿ ਕਲਗੀਧਰ ਜੋ ਸੁੱਖਾਂ ਦੇ ਮੂਲ ਨੇ ਉਹ ਘੋੜੇ ਤੇ ਸਵਾਰ ਹੋ ਕੇ ਆ ਰਹੇ ਹਨ। ਦੇਖਤ ਸਭ ਕੇ ਅਧਿਕ ਆਨੰਦਾ। ਜਦੋਂ ਭਾਈ ਡੱਲੇ ਤੇ ਇਹਨਾਂ ਦੇ ਨਾਲ ਦੇ ਸਾਥੀਆਂ ਨੇ ਕਲਗੀਧਰ ਜੀ ਨੂੰ ਘੋੜੇ ਤੇ ਚੜ੍ਹ ਕੇ ਆਉਂਦਿਆਂ ਵੇਖਿਆ, ਸੋਹਣਾ ਰੂਪ ਤੱਕਿਆ ਤੇ ਵੇਖ ਕੇ ਸਾਰਿਆਂ ਦੇ ਹਿਰਦਿਆਂ ਵਿੱਚ ਆਨੰਦ ਵਰਤ ਗਿਆ। ਦੇ ਕਰ ਭੇਟ ਚਰਨ ਅਰਬਿੰਦੰ। ਔਰ ਕੁਝ ਭੇਟਾਵਾਂ ਲੈ ਕੇ ਸਤਿਗੁਰਾਂ ਦੇ ਚਰਨਾਂ ਤੇ ਅਰਪਣ ਕੀਤੀਆਂ। ਸਿਰ ਧਰ ਬੰਦੇ ਦੁਐ ਕਰ ਬੰਦੰ। ਗੁਰੂ ਪਾਤਸ਼ਾਹ ਦੇ ਚਰਨਾਂ ਕਮਲਾਂ ਤੇ ਸਿਰ ਧਰ ਕੇ ਬੜੇ ਅਦਬ ਨਾਲ ਭਾਈ ਡੱਲੇ ਤੇ ਇਹਦੇ ਸਾਥੀਆਂ ਨੇ ਗੁਰਦੇਵ ਨੂੰ ਮੱਥਾ ਟੇਕਿਆ, ਬੰਦਨਾ ਕੀਤੀ। ਸਭ ਰਾਹਕ ਹੋਏ ਹੋਏ ਕਰ ਨੇਰੇ। ਸਾਰੇ ਰਾਹਕ ਜਿਹਨੇ ਨਾਲ ਆਏ ਸਨ ਜ਼ਿਮੀਂਦਾਰ ਭਾਈ ਡੱਲੇ ਦੇ, ਉਹ ਸਾਰੇ ਕਲਗੀਧਰ ਜੀ ਦੇ ਨੇੜੇ ਹੋ ਕੇ ਚਰਨ ਸਪਰਸ਼ਤ ਭਾਗ ਬਡੇਰੇ। ਸਤਿਗੁਰੂ ਜੀ ਦੇ ਚਰਨਾਂ ਨੂੰ ਸਪਰਸ਼ਦੇ ਨੇ, ਕਹਿੰਦੇ ਸਾਡੇ ਵੱਡੇ ਭਾਗ ਨੇ ਕਿ ਸਾਨੂੰ ਕਲਗੀਧਰ ਦੀਨ ਦੁਨੀਆ ਦੇ ਮਾਲਕ ਸਤਿਗੁਰਾਂ ਦੇ ਚਰਨਾਂ ਦੀ ਛੂਹ ਪ੍ਰਾਪਤ ਹੋਈ ਹੈ। ਸਤਿਗੁਰੂ ਜੀ ਦੇ ਚਰਨਾਂ ਦਾ ਸਪਰਸ਼ ਪ੍ਰਾਪਤ ਹੋਇਆ ਹੈ। ਸਨੇ ਸਨੇ ਹਟ ਗਏ ਕਰ ਨਮੋ। ਸਹਿਜੇ ਸਹਿਜੇ ਗੁਰੂ ਚਰਨਾਂ 'ਚ ਨਮਸਕਾਰ ਕਰਕੇ ਇਹ ਪਿੱਛੇ ਨੂੰ ਹਟੇ ਹਨ। ਕੁਸ਼ਲ ਪ੍ਰਸ਼ਨ ਗੁਰ ਕੀਤੇ ਹੈ ਸਮੋ। ਸਤਿਗੁਰੂ ਜੀ ਨੇ ਇੱਥੇ ਹੀ ਆਸਣ ਲਾ ਲਿਆ, ਬਚਨ ਬਿਲਾਸ ਹੋਣ ਲੱਗੇ ਤੋ ਸਤਿਗੁਰੂ ਜੀ ਨੇ ਡੱਲੇ ਦੀ ਕੁਸ਼ਲ ਪ੍ਰਸੰਨਤਾ ਪੁੱਛੀ ਔਰ ਭਾਈ ਡੱਲੇ ਨੇ ਸਤਿਗੁਰੂ ਜੀ ਬਾਰੇ ਪੁੱਛਿਆ। ਸੁਤ ਬਾਂਧਵ ਗਨ ਤਵ ਪਰਵਾਰਾ। ਮਹਾਰਾਜ ਜੀ ਨੇ ਪੁੱਛਿਆ, ਹਾਂ ਭਾਈ ਡੱਲਾ ਜੀ, ਪੁੱਤਰਾਂ ਪਰਿਵਾਰਾਂ ਸਮੇਤ ਸੰਬੰਧੀਆਂ ਦੇ ਸਮੇਤ ਰਾਜੀ ਹੋ। ਆਹੈ ਅਰੋਗ ਕੋਮ ਬੜ ਭਾਰਾ। ਮਹਾਰਾਜ ਜੀ ਕਹਿੰਦੇ ਠੀਕ ਠਾਕ ਹੋ, ਅਰੋਗ ਹੋ, ਸਾਰੇ ਚੜ੍ਹਦੀ ਕਲਾ ਚੋ। ਏਦਾਂ ਸਤਿਗੁਰੂ ਜੀ ਨੇ ਪੁੱਛਿਆ। ਸ੍ਰੀ ਪ੍ਰਭ ਕਿਰਪਾ ਆਪ ਕੀ ਪਾਏ। ਭਾਈ ਡੱਲਾ ਜੀ ਨੇ ਅੱਗੋਂ ਬੇਨਤੀ ਕੀਤੀ, ਸਤਿਗੁਰੂ ਜੀ ਤੁਹਾਡੀ ਕਿਰਪਾ ਨਾਲ ਸੁੱਖ ਨਾਲ ਵਸਦੇ ਹਾਂ, ਤੁਹਾਡੀ ਕਿਰਪਾ ਨਾਲ ਸਭ ਰਾਜੀ ਹਾਂ ਸਤਿਗੁਰੂ ਜੀ। ਸਭ ਬਿਦ ਕੁਸ਼ਲ ਗ੍ਰਾਮ ਸਮੁਦਾਏ। ਸਾਰਾ ਪਿੰਡ ਮਹਾਰਾਜ ਤਲਵੰਡੀ ਜਿੱਥੇ ਆਪ ਜੀ ਦੀ ਕਿਰਪਾ ਨਾਲ ਮੈਂ ਚੌਧਰੀ ਹਾਂ, ਸਾਰੇ ਨਗਰ ਦੇ ਵਿੱਚ ਸੁਖ ਸ਼ਾਂਤੀ ਹੈ, ਸਾਰੇ ਸੁਖ ਨਾਲ ਵਸਦੇ ਹਨ। ਦਰਸ਼ਨ ਸ਼੍ਰੇ ਮੂਲ ਅਬ ਪਾਵਾ। ਤੇ ਮਹਾਰਾਜ ਸ਼੍ਰੇ ਦੀ ਮੂਲ, ਸ਼੍ਰੇ ਨਾਮ ਹੁੰਦਾ ਮੁਕਤੀ ਦਾ, ਸੁਖ ਦਾ। ਮਹਾਰਾਜ ਜਿਹੜਾ ਸੁੱਖਾਂ ਦਾ ਮੂਲ ਹੈ ਤੁਹਾਡਾ ਦਰਸ਼ਨ, ਉਹ ਦਰਸ਼ਨ ਸਾਨੂੰ ਪ੍ਰਾਪਤ ਹੋ ਗਏ ਨੇ। ਹੁਣ ਸਾਨੂੰ ਸਾਰੇ ਹੀ ਸੁੱਖ ਮਿਲ ਗਏ ਨੇ। ਤੁਹਾਡੇ ਦਰਸ਼ਨ ਮਹਾਰਾਜ ਜੀ ਸੁੱਖਾਂ ਦਾ ਮੂਲ ਹਨ ਜੋ ਸਾਨੂੰ ਪ੍ਰਾਪਤ ਹੋਏ ਨੇ। ਸੁਨ ਆਗਮਨ ਆਨੰਦ ਵਧਾਵਾ। ਤੁਹਾਡਾ ਆਗਮਨ ਸੁਣ ਕੇ ਸਾਨੂੰ ਚਾਅ ਚੜ ਗਿਆ ਕਿ ਤੁਸੀਂ ਮਾਲਵਾ ਇਹ ਜੰਗਲ ਦਾ ਇਲਾਕਾ ਪਵਿੱਤਰ ਕਰ ਰਹੇ ਹੋ। ਸਾਨੂੰ ਵੱਡੀ ਭਾਰੀ ਖੁਸ਼ੀ ਹੋਈ ਜਦੋਂ ਤੁਹਾਡੀ ਆਮਦ ਸੁਣੀ। ਕੇਤਿਕ ਦੂਰ ਤਲਵੰਡੀ ਰਹੀ। ਮਹਾਰਾਜ ਇੱਥੋਂ ਕੁਝ ਦੂਰੀ ਤੇ ਮੇਰਾ ਨਗਰ ਹੈ ਤਲਵੰਡੀ। ਸਾਬੋ ਕੀ ਤਲਵੰਡੀ ਕਿਹਾ ਜਾਂਦਾ ਮਹਾਰਾਜ ਉਸ ਨਗਰ ਨੂੰ ਜਿੱਥੇ ਆਪ ਜੀ ਇਸ ਵੇਲੇ ਉਤਰੇ ਹੋ। ਇੱਥੋਂ ਕੁਝ ਦੂਰੀ ਤੇ ਉਹ ਨਗਰ ਹੈ ਸਾਬੋ ਕੀ ਤਲਵੰਡੀ। ਉਤਰ ਪਰੇ ਪਿਕ ਸੁਨ ਥਲ ਤਹੀ। ਮਹਾਰਾਜ ਜੀ ਆਪ ਜੀ ਉੱਥੇ ਚੱਲ ਕੇ ਉਤਾਰਾ ਕਰੋ। ਇਹਦੀ ਬੇਨਤੀ ਮੰਨ ਕੇ ਸਤਿਗੁਰੂ ਜੀ ਨੇ ਇੱਥੇ ਉਤਾਰਾ ਕੀਤਾ। ਸਕਲ ਬਹੀਰ ਜਬੈ ਚੱਲ ਆਵੇ। ਮਹਾਰਾਜ ਜੀ ਜਦੋਂ ਸਾਰਾ ਬਹੀਰ ਪਿੱਛੇ ਚੱਲ ਆਵੇਗਾ, ਸੰਧਿਆ ਭਈ ਗ੍ਰਾਮ ਟਿਕ ਜਾਵੇ। ਤੇ ਸੰਧਿਆ ਹੋਣ ਤੱਕ ਮਹਾਰਾਜ ਉਹ ਪਿੰਡ ਤਲਵੰਡੀ ਦੇ ਨੇੜੇ ਪਹੁੰਚ ਜਾਣਗੇ। ਫਰਸ਼ ਵਿਸਾਲ ਕਰੇ ਤਿਸ ਥਾਨਾ। ਇਹਨੇ ਬੜੇ ਸੋਹਣੇ ਢੰਗ ਨਾਲ ਜਾ ਕੇ ਨਗਰ ਦੇ ਕੋਲ ਸਤਿਗੁਰਾਂ ਦੇ ਉਤਾਰੇ ਦੀ ਤਿਆਰੀ ਕੀਤੀ। ਸੋਹਣੇ ਫਰਸ਼ ਗਲੀਚੇ ਵਿਛਾਏ। ਬੈਠ ਗਏ ਪੁਨ ਕਿਰਪਾ ਨਿਧਾਨਾ। ਕਿਰਪਾ ਦੇ ਖਜ਼ਾਨੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਸੋਹਣੇ ਗਲੀਚਿਆਂ ਤੇ ਸਜ ਗਏ, ਬੈਠ ਗਏ। ਬ੍ਰਿੰਦ ਬਿਰਾਦਰ ਲੈ ਕਰ ਸੋਈ। ਤੇ ਭਾਈ ਡੱਲਾ ਆਪਣੇ ਭਾਈਚਾਰੇ ਦੇ ਸੱਜਣਾ ਨੂੰ ਨਾਲ ਲੈ ਕੇ, ਜਿਹੜੇ ਇਹਦੇ ਭਾਈਚਾਰੇ ਵਿੱਚੋਂ ਇਹਦੇ ਭਰਾ ਬੰਧੂ ਸਨ, ਸ਼ਰੀਕੇ ਵਿੱਚੋਂ ਜਾਂ ਹੋਰ,
ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਬੈਠਿਓ ਡੱਲਾ ਪ੍ਰਭ ਟਿਗ ਹੋਈ। ਭਾਈ ਡੱਲਾ ਜੀ ਸਤਿਗੁਰਾਂ ਦੇ ਕੋਲ ਆ ਕੇ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਬੈਠੇ ਹਨ। ਕਰ ਕੋ ਜੋਰ ਪ੍ਰਸੰਗ ਚਲਾਵਾ। ਹੱਥ ਜੋੜ ਕੇ ਭਾਈ ਡੱਲੇ ਨੇ ਗੁਰੂ ਪਾਤਸ਼ਾਹ ਜੀ ਦੇ ਨਾਲ ਗੱਲਬਾਤ ਸ਼ੁਰੂ ਕੀਤੀ, ਪ੍ਰਸੰਗ ਚਲਾਇਆ। ਤੁਰਕ ਦੁਸ਼ਟ ਬਹੁ ਕਪਟ ਕਮਾਵਾ। ਕਹਿਣ ਲੱਗੇ ਮਹਾਰਾਜ ਜੀ ਤੁਰਕਾਂ ਨੇ, ਮਲੇਛਾਂ ਨੇ, ਦੁਸ਼ਟਾਂ ਨੇ ਬੜਾ ਕਪਟ ਕੀਤਾ ਤੁਹਾਡੇ ਨਾਲ। ਮਹਾਰਾਜ ਉਹਨਾਂ ਨੇ ਬੜਾ ਛਲ ਤੇ ਫਰੇਬ ਰਚਿਆ, ਝੂਠੀਆਂ ਕਸਮਾਂ ਖਾਧੀਆਂ ਨੇ। ਆਪ ਲਰੇ ਕੀ ਨਸ ਕਮਸਾਨਾ। ਮਹਾਰਾਜ ਤੁਸੀਂ ਉਹਨਾਂ ਤੁਰਕਾਂ ਤੇ ਮਲੇਛਾਂ ਨਾਲ ਘਮਾਸਾਨ ਜੰਗ ਲੜਿਆ, ਉਹਨਾਂ ਨਾਲ ਘਮਾਸਾਨ ਜੰਗ ਕਰਕੇ ਲੜੇ ਹੋ। ਭਇਓ ਬਿਨਾਸ਼ੀ ਗਨ ਤੁਰਕਾਨਾ। ਔਰ ਤੁਰਕਾਨੇ ਦਾ ਵਿਨਾਸ਼ ਹੋਇਆ ਮਹਾਰਾਜ, ਇਹਨਾਂ ਮਲੇਛਾਂ ਦਾ, ਤੁਰਕਾਂ ਦਾ ਨਾਸ਼ ਹੋਇਆ। ਕਹਾਂ ਮੁਲਕ ਕੋ ਮਾਲਿਕ ਸ਼ਾਹੂ। ਮਹਾਰਾਜ ਗਰੀਬ ਨਵਾਜ ਜੀ ਕਿੱਥੇ ਸਾਰੇ ਹਿੰਦੁਸਤਾਨ ਦਾ ਬਾਦਸ਼ਾਹ ਔਰੰਗਜ਼ੇਬ ਹੈ, ਕਹਾਂ ਆਪ ਟਿਗ ਭਟੇ ਉਤਸ਼ਾਹੂ। ਤੇ ਕਿੱਥੇ ਤੁਹਾਡੇ ਕੋਲ ਮੁੱਠੀ ਭਰ ਸੂਰਮੇ, ਉਹਨਾਂ ਵਿੱਚ ਇੰਨਾ ਉਤਸ਼ਾਹ ਸੀ ਲੜਨ ਦਾ। ਕਾਰਜ ਪਰੇ ਜੰਗ ਕੇ ਭਾਰੀ। ਮਹਾਰਾਜ ਆਪ ਜੀ ਨੂੰ ਬੰਦਿਆਂ ਦੀ ਬਹੁਤ ਲੋੜ ਸੀ ਉਹਨਾਂ ਦਿਨਾਂ 'ਚ। ਤੁਹਾਡੇ ਕੋਲ ਥੋੜੀ ਜੀ ਫੌਜ ਸੀ ਤੇ ਤੁਹਾਨੂੰ ਹੋਰ ਵੀ ਸਿਪਾਹੀਆਂ ਦੀ ਲੋੜ ਸੀ। ਜੰਗ ਦੇ ਬੜੇ ਵੱਡੇ ਕੰਮ ਆਪ ਜੀ ਨੂੰ ਪਏ ਹਨ। ਸਾਹਿਬਜ਼ਾਦੇ ਮ੍ਰਿਤ ਭੇਚਾਰੀ। ਸਤਿਗੁਰੂ ਜੀ ਉਹਨਾਂ ਜੰਗ ਯੁੱਧਾਂ ਦੇ ਦੌਰਾਨ ਚਾਰੋਂ ਸਾਹਿਬਜ਼ਾਦੇ ਸ਼ਹੀਦੀ ਪਾ ਗਏ ਨੇ। ਬੜੀ ਵੱਡੀ ਦੁੱਖ ਦੀ ਬਾਤ ਹੈ ਕਿ ਸਾਹਿਬਜ਼ਾਦੇ ਵੀ ਸ਼ਹਾਦਤ ਪ੍ਰਾਪਤ ਕਰ ਗਏ ਹਨ। ਭੀਰ ਕਠਨ ਰਾਵਰ ਪਰ ਆਈ। ਮਹਾਰਾਜ ਧੰਨੋ ਆਪ ਜੀ ਨੇ ਇੰਨਾ ਔਖਾ ਸਮਾਂ ਬਤੀਤ ਕੀਤਾ ਹੈ, ਪਰ ਆਪ ਜੀ ਨੇ ਕਦੇ ਆਪਣੇ ਮਨ ਨੂੰ ਡਾਵਾਂ ਡੋਲ ਨਹੀਂ ਹੋਣ ਦਿੱਤਾ। ਹੇ ਕਲਗੀਧਰ ਪਾਤਸ਼ਾਹ ਜੀ, ਐਡੀ ਭੀੜ ਦੇ ਸਮੇਂ ਵਿੱਚੋਂ ਆਪ ਜੀ ਨਿਕਲੇ ਹੋ। ਘੇਰਿਓ ਆਨੰਦਪੁਰ ਚਹੁਕਾਈ। ਆਨੰਦਪੁਰ ਸਾਹਿਬ ਨੂੰ ਮਲੇਛਾਂ ਨੇ ਚਾਰੇ ਪਾਸਿਓਂ ਤੋਂ ਘੇਰਾ ਪਾਇਆ ਹੋਇਆ ਸੀ। ਲੱਖਾਂ ਦੀ ਗਿਣਤੀ ਵਿੱਚ ਦੁਸ਼ਮਣ ਚਾਰੇ ਪਾਸਿਓਂ ਆਨੰਦਪੁਰ ਸਾਹਿਬ ਨੂੰ ਘੇਰਾ ਪਾਈ ਬੈਠੇ ਸਨ। ਸਮੈ ਕਸ਼ਟ ਕੇ ਅਸ ਜਬ ਆਏ। ਇਹੋ ਜਿਹਾ ਜਿਹੜਾ ਇਹ ਕਸ਼ਟ ਦਾ ਸਮਾਂ, ਦੁਖਦਾਈ ਸਮਾਂ ਆਇਆ, ਹਮਕੋ ਸਿਮਰਿਓ ਨਹੀਂ ਕਦਾਏ। ਮਹਾਰਾਜ ਜੀ ਤੁਸੀਂ ਸਾਨੂੰ ਨਹੀਂ ਯਾਦ ਕੀਤਾ, ਇੱਧਰ ਸਾਨੂੰ ਵੀ ਚਿੱਠੀ ਭੇਜ ਦਿੰਦੇ ਮਾਲਵੇ ਵਾਲਿਆਂ ਨੂੰ, ਤੇ ਅਸੀਂ ਵੀ ਆ ਜਾਂਦੇ ਫੌਜਾਂ ਲੈ ਕੇ ਮਹਾਰਾਜ ਤੁਹਾਡੀ ਮਦਦ ਵਾਸਤੇ। 200 ਕਿਦੋਂ 300 ਬੀਰਾ। ਮਹਾਰਾਜ 200-300 ਬੰਦਾ ਤਾਂ ਮੈਂ ਲੈ ਹੀ ਆਉਂਦਾ ਨਾ, ਉਧਰ ਭੇਜਦੀ ਆਪ ਜੀ ਕੋਲ ਲੈ ਹੀ ਆਉਂਦਾ। ਉਦੋਂ ਤਾਂ ਮਹਾਰਾਜ ਬੰਦੇ ਬੰਦੇ ਦੀ ਲੋੜ ਸੀ ਜੰਗ ਦੇ ਮੈਦਾਨ 'ਚ, ਤੇ ਇੰਨਾ ਔਖਾ ਸਮਾਂ ਤੁਹਾਡੇ ਤੇ ਰਿਹਾ। ਆਨੰਦਪੁਰ ਸਾਹਿਬ ਘੇਰਾਬੰਦੀ ਰਹੀ ਆ ਲੱਖਾਂ ਦੁਸ਼ਮਣਾਂ ਦੀ। ਆਪ ਜੀ ਨੇ ਮੈਨੂੰ ਨਹੀਂ ਯਾਦ ਕੀਤਾ ਤੇ ਮੈਂ ਵੀ 200-300-400 ਬੰਦਾ ਇਕੱਠਾ ਕਰਕੇ ਲੈ ਹੀ ਆਉਂਦਾ। ਲੈ ਕਰ ਮੈਂ ਪਹੁੰਚਤ ਪ੍ਰਭ ਤੀਰਾ। ਮਹਾਰਾਜ ਮੈਂ ਖੁਦ ਬੰਦੇ ਲੈ ਕੇ, ਸਿਪਾਹੀ ਲੈ ਕੇ ਤੁਹਾਡੇ ਕੋਲ ਪਹੁੰਚਦਾ, ਹਾਜ਼ਰ ਹੁੰਦਾ। ਕਰ ਪਰਾਕਰਮ ਕੇ ਜੁੱਧ ਬਿਸਾਲੇ। ਔਰ ਮੈਂ ਵੀ ਆ ਕੇ ਤੁਹਾਡੇ ਨਾਲ ਰਲ ਕੇ ਆਪਣਾ ਪਰਾਕਰਮ ਵਿਖਾਉਂਦਾ। ਮੇਰੇ ਸਾਥੀ ਆ ਭਾਈਚਾਰੇ ਦੇ ਲੋਕ, ਇਹ ਆਪਣਾ ਪਰਾਕਰਮ ਵਿਖਾ ਕੇ ਦੁਸ਼ਮਣਾਂ ਦੇ ਆਹੂ ਲਾਉਂਦੇ। ਸਭ ਬਿਦ ਤੁਮ ਕੋ ਰਖਤ ਸੁਖਾਲੇ। ਔਰ ਮਹਾਰਾਜ ਇੰਨਾ ਦੁੱਖ ਨਹੀਂ ਸੀ ਆਉਣ ਦੇਣਾ ਸੀ ਤੁਹਾਨੂੰ। ਆ ਜਿੰਨੇ ਦੁੱਖ ਵਿੱਚ ਤੁਸੀਂ ਸਮਾਂ ਬਤੀਤ ਕੀਤਾ, ਔਖਾ ਵੇਲਾ, ਮਹਾਰਾਜ ਅਸੀਂ ਆਉਣ ਹੀ ਨਹੀਂ ਸੀ ਦੇਣਾ ਤੁਹਾਡੇ ਤੇ। ਅਸੀਂ ਇੰਨੇ ਸੂਰਮੇ ਹੁੰਨੇ ਆ। ਸੁਨ ਕਰ ਡੱਲੇ ਤੇ ਸ਼ੁਭ ਬੈਨੰ। ਜਦੋਂ ਭਾਈ ਡੱਲੇ ਨੇ ਏਦਾਂ ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਇਹ ਬਚਨ ਕਹੇ ਸਤਿਗੁਰੂ ਜੀ ਨੇ ਸੁਣੇ। ਸ਼੍ਰੀ ਮੁਖ ਭਾਖਿਓ ਪੰਕਜ ਨੈਨੰ। ਕਮਲ ਨੈਣ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ। ਭਈ ਸੋ ਭਈ ਬੀਤ ਅਬ ਗਈਓ। ਮਹਾਰਾਜ ਜੀ ਕਹਿੰਦੇ ਡੱਲਿਆ ਜੋ ਹੋਣਾ ਸੀ ਹੋ ਗਿਆ, ਜੋ ਬੀਤ ਗਿਆ ਹੁਣ ਉਹਦੇ ਬਾਰੇ ਕੀ ਵਿਚਾਰਨਾ। ਜੋ ਸਮਾਂ ਲੰਘ ਹੀ ਗਿਆ, ਵੀ ਹੁਣ 200-300 ਬੰਦੇ 400 ਬੰਦੇ ਭੇਜਣਾ ਜਾਏ, ਗੱਲਾਂ ਕਰਨੀਆਂ, ਹੁਣ ਤਾਂ ਇਹਦਾ ਕੋਈ ਮਤਲਬ ਨਹੀਂ ਨਾ ਹੈ। ਜੋ ਲੰਘ ਗਿਆ ਸਮਾਂ ਉਹਦੇ ਬਾਰੇ ਕੀ ਵਿਚਾਰਨਾ, ਹੁਣ ਤਾਂ ਆਉਣ ਵਾਲੇ ਸਮੇਂ ਦੀ ਵਿਚਾਰ ਕਰੀਏ। ਹਾਂਜੀ, ਹਾਥ ਨ ਆਵੈ ਜਤਨ ਜੇ ਕਈਓ। ਹੁਣ ਜੇ ਦੁਬਾਰਾ ਯਤਨ ਵੀ ਕਰੀਏ ਤੇ ਲੰਘ ਗਿਆ ਵੇਲਾ ਥੋੜੀ ਮੁੜ ਕੇ ਆ ਜਾਣਾ ਹੱਥ। ਭਾਈ ਵੀਰ ਸਿੰਘ ਜੀ ਵੀ ਕਹਿੰਦੇ ਆ ਨਾ, ਲੰਘ ਗਿਆ ਨਾ ਮੁੜ ਕੇ ਆਮਦਾ, ਇਹ ਠਹਿਰਨ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਮਦਾ। ਇਹ ਸਮਾਂ ਜਿਹੜਾ ਬੀਤ ਜਾਂਦਾ ਹੈ ਮੁੜ ਕੇ ਥੋੜੀ ਆਉਂਦਾ। ਕੱਲ ਚੁੱਕੀ ਹੈ ਬੀਤ ਵਸ ਤੋਂ ਦੂਰ ਨਸਾਈ, ਪਲਕ ਅਜੇ ਹੈ ਦੂਰ ਨਹੀਂ ਵਿੱਚ ਹੱਥਾਂ ਆਈ।
ਇਹ ਜਿਹੜਾ ਕੱਲ ਬੀਤ ਗਿਆ ਹੁਣ ਡੱਲਿਆ ਉਹ ਤਾਂ ਨਹੀਂ ਵਾਪਸ ਆਉਣਾ। ਹੁਣ ਯਤਨ ਕੀਤੇ ਆ ਵੀ ਉਸ ਸਮੇਂ ਨੂੰ ਆਪਾਂ ਹੱਥ 'ਚ ਨਹੀਂ ਲੈ ਸਕਦੇ। ਜੰਗ ਬਿਖੈ ਮਾਰਨ ਕੈ ਮਰਨੋ, ਜੰਗ ਦੇ ਮੈਦਾਨ ਵਿੱਚ ਮਾਰਨਾ ਤੇ ਮਰਨਾ, ਪਛਤਾਪ ਕਹਾਂ ਤਿਸ ਕਰਨੋ। ਉਹਦਾ ਹੁਣ ਕੀ ਪਛਤਾਤਾਪ ਕਰਨਾ ਵੀ ਮਰ ਗਏ ਨੇ ਫਲਾਣੇ, ਜਾਂ ਜੋ ਸ਼ਹੀਦ ਹੀ ਹੋ ਗਏ, ਜਾਂ ਫਿਰ ਜੀ ਹੁੰਦੇ ਅਸੀਂ ਤਾਂ ਮਾਰਦੇ। ਹੁਣ ਉਹ ਤਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਨਾ ਰਿਹਾ। ਉਹ ਜੰਗ ਤਾਂ ਲੰਘ ਗਿਆ ਜਿਹੜਾ ਹੋਣਾ ਸੀ, ਜਿਹਦੇ ਵਿੱਚ ਮਰਨਾ ਤੇ ਮਾਰਨ ਦੀ ਗੱਲ ਸੀ। ਜਿਹੜੇ ਮਰ ਗਏ ਨਾ ਹੁਣ ਉਹਨਾਂ ਬਾਰੇ ਆਪਾਂ ਕਹਿ ਸਕਦੇ ਹਾਂ ਦਾ ਹੁਣ ਇਹ ਦਮ ਗਜੇ ਮਾਰੀਏ ਵੀ ਅਸੀਂ ਉਦੋਂ ਹੁੰਦੇ ਤੇ ਅਸੀਂ ਵੀ ਮਾਰਦੇ। ਹੁਣ ਇਹ ਗੱਲਾਂ ਤਾਂ ਲੰਘ ਗਈਆਂ ਜਿਹੜੀਆਂ ਬੀਤ ਗਈਆਂ। ਜੋ ਬੀਤ ਗਈਆਂ ਹਨ ਹੁਣ ਉਹਦੇ ਬਾਰੇ ਭਾਈ ਡੱਲਾ ਜੀ ਵਿਚਾਰ ਨਹੀਂ ਕਰਨੀ ਚਾਹੀਏ। ਹੁਣ ਆਉਣ ਵਾਲੇ ਸਮੇਂ ਦੀ ਰੂਪ ਰੇਖਾ ਬਣਾਣੀ ਚਾਹੀਦੀ ਹੈ। ਪੁਨ ਡੱਲਾ ਬੋਲਿਓ ਸੁਣ ਐਸੇ, ਸੁਣ ਕੇ ਭਾਈ ਡੱਲਾ ਜੀ ਅੱਗੋਂ ਬੋਲੇ, ਆਹ ਜਥਾਵਤ ਉੱਚ ਰਹੋ ਜੈਸੇ। ਕਹਿਣ ਲੱਗੇ ਮਹਾਰਾਜ ਜੀ ਤੁਸੀਂ ਜੋ ਕਹਿੰਦੇ ਹੋ ਯਥਾਵਤ ਇਹੀ ਸਹੀ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ, ਇਹ ਬਿਲਕੁਲ ਸਹੀ ਹੈ। ਕਉ ਦਾਸ ਹਮਰਾ ਵਰ ਕੇਰੇ, ਮਹਾਰਾਜ ਜੀ ਫਿਰ ਵੀ ਅਸੀਂ ਤੁਹਾਡੇ ਦਾਸ ਹਾਂ, ਫਿਰ ਵੀ ਅਸੀਂ ਤੁਹਾਡੇ ਸੇਵਕ ਹਾਂ। ਕਾਲਤ ਰਣ ਕਮਸਾਨ ਕਨੇਰੇ, ਮਹਾਰਾਜ ਤੁਸੀਂ ਸਾਨੂੰ ਸੱਦਦੇ ਤਾਂ ਸਹੀ, ਅਸੀਂ ਬੜਾ ਘਮਾਸਾਨ ਕਰਨਾ ਸੀ, ਅਸੀਂ ਬੜਾ ਜੰਗ ਕਰਨਾ ਸੀ, ਬੜਾ ਯੁੱਧ ਲੜਨਾ ਸੀ। ਜੇ ਤੁਸੀਂ ਸਾਨੂੰ ਬੁਲਾ ਲੈਂਦੇ, ਕਰਤ ਕਾਜ ਰਾਵਰ ਕੇ ਤਬਹੂ, ਅਸੀਂ ਤੁਹਾਡੇ ਸਾਰੇ ਕੰਮ ਕਰਦੇ, ਉਦੋਂ ਨਾਲ ਹੋ ਕੇ ਜੰਗ ਯੁੱਧ ਲੜਦੇ। ਏ ਕਰ ਮੈਂ ਪਹੁੰਚਤ ਭਟ ਸਭਹੂ, ਮੈਂ ਆਪਣੇ ਸਾਰੇ ਸੂਰਮਿਆਂ ਨੂੰ ਨਾਲ ਲੈ ਕੇ ਤੁਹਾਡੇ ਕੋਲ ਪਹੁੰਚਣਾ ਸੀ। ਲਿਖਤ ਹੁਕਮਨਾਮਾ ਜੇ ਪਠ ਹੋ, ਜੇ ਤੁਸੀਂ ਆਪਣਾ ਹੁਕਮਨਾਮਾ ਲਿਖ ਕੇ ਮੇਰੇ ਕੋਲ ਭੇਜ ਦਿੰਦੇ, ਬਿਨਾ ਬਿਲੰਬ ਮਿਲਤ ਮੈਂ ਤਟ ਹੋ, ਬਿਨਾਂ ਦੇਰੀ ਤੋਂ ਮੈਂ ਝਾਟਾ ਮਿਲਣਾ ਸੀ, ਤੁਹਾਨੂੰ ਛੇਤੀ ਆ ਮਿਲਣਾ ਸੀ। ਸਭ ਬਿਦ ਕਰ ਸਹਾਏ ਲੈ ਆਵਤ, ਔਰ ਮੈਂ ਸਰਬ ਪ੍ਰਕਾਰ ਨਾਲ ਤੁਹਾਡੀ ਮਦਦ ਕਰਕੇ ਉਸ ਘੇਰੇ ਚੋਂ ਕੱਢ ਕੇ ਲੈ ਆਉਣਾ ਸੀ, ਤੁਹਾਡਾ ਨੁਕਸਾਨ ਨਹੀਂ ਸੀ ਹੋਣ ਦੇਣਾ। ਇਤੇ ਬਿਗਨ ਕਿਉ ਹੋਇ ਬੇਪਾਵਤ, ਇੰਨੇ ਵਿਗਨ ਮਹਾਰਾਜ ਜੀ ਕਾਹਨੂੰ ਤੁਹਾਨੂੰ ਪੈਣੇ ਸਨ, ਇੰਨੇ ਵਿਗਨਾਂ ਵਿੱਚ ਤੁਹਾਨੂੰ ਨਹੀਂ ਸੀ ਪੈਣਾ। ਸੁਨ ਸ਼੍ਰੀ ਪ੍ਰਭ ਪੁਨ ਤਿਸ ਸਮਝਾਇਓ, ਮਹਾਰਾਜ ਜੀ ਫਿਰ ਬੋਲੇ, ਸਮਝਾ ਕੇ ਡੱਲੇ ਨੂੰ ਕਹਿਣ ਲੱਗੇ, ਸਮਾਂ ਬਿਤਿਓ ਕਬ ਹਾਥ ਨ ਆਇਓ। ਮਹਾਰਾਜ ਜੀ ਕਹਿੰਦੇ ਡੱਲਿਆ ਹੁਣ ਲੰਘ ਗਿਆ ਸਮਾਂ, ਉਹ ਥੋੜੀ ਹੱਥ ਆਉਣਾ, ਹੁਣ ਛੱਡ ਦੇ ਗੱਲ, ਇਹਨੂੰ ਛੱਡ ਦੇ। ਵੀ ਬੁਲਾ ਲੈਂਦੇ ਮਹਾਰਾਜ ਜੀ, ਮੈਂ ਫੌਜਾਂ ਅਸੀਂ ਵੀ ਜੰਗ ਲੜਨਾ ਸੀ ਮਹਾਰਾਜ ਜੀ ਪੂਰਾ। ਮਹਾਰਾਜ ਜੀ ਕਹਿੰਦੇ ਅੱਗੇ ਕਿਹੜਾ ਹੁਣ ਜੰਗ ਨਹੀਂ ਹੋਣੇ ਡੱਲਿਆ, ਜਦੋਂ ਫੇਰ ਹੋਏ ਤਾਂ ਸੱਦ ਲਾਂਗੇ। ਚਲੋ ਹੁਣ ਜਿਹੜਾ ਲੰਘ ਗਿਆ ਵੇਲਾ, ਉਹਦੇ ਬਾਰੇ ਹੁਣ ਆਪਾਂ ਨੂੰ ਵਿਚਾਰ ਨਹੀਂ ਕਰਨੀ ਚਾਹੀਦੀ, ਕਿਉਂਕਿ ਉਹ ਲੰਘਿਆ ਵੇਲਾ ਹੁਣ ਹੱਥ ਨਹੀਂ ਆਉਣਾ। ਸਮਾਂ ਬੀਤਿਓ ਕਬ ਹਾਥ ਨਾ ਆਇਓ, ਜਿਹੜਾ ਸਮਾਂ ਬੀਤ ਗਿਆ ਉਹ ਕਦੇ ਮੁੜ ਕੇ ਹੱਥ ਨਹੀਂ ਆਉਂਦਾ। ਨਹੀਂ ਉਪਾਏ ਬਨ ਹੈ ਕਬ ਤਾਹੂ, ਹੁਣ ਉਹਦਾ ਕੋਈ ਉਪਾਅ ਨਹੀਂ ਬਣਨਾ, ਉਹਦਾ ਕਿਸੇ ਪ੍ਰਕਾਰ ਦਾ ਹੁਣ ਕੋਈ ਉਪਾਅ ਨਹੀਂ ਹੋਣਾ। ਹੋਣ ਹਾਰ ਸਿਰ ਪਰ ਸਭ ਕਾਹੂ, ਕਿਉਂਕਿ ਹੋਣੀ ਤਾਂ ਸਾਰਿਆਂ ਦੇ ਸਿਰ ਉੱਤੇ ਹੈ। ਉਦੋਂ ਜਿਹੜੀ ਹੋਣੀ ਵਰਤਣੀ ਸੀ ਉਹ ਪਰਮੇਸ਼ਰ ਦੀ ਹੋਣੀ ਵਰਤ ਗਈ ਹੈ, ਉਹਨੂੰ ਕੋਈ ਨਹੀਂ ਰੋਕ ਸਕਦਾ, ਤੇ ਉਹ ਜਿਹੜੀ ਵਰਤਣੀ ਸੀ ਵਰਤ ਗਈ ਹੈ। ਇਤੋ ਕਹਿਓ ਪਰ ਤਉ ਨ ਮੰਨੰ, ਸਤਿਗੁਰੂ ਜੀ ਨੇ 2 ਵਾਰੀ ਟਾਲਾ ਕੀਤਾ ਪਰ ਡੱਲਾ ਫਿਰ ਨਾ ਮੰਨੇ। ਪਾਤਸ਼ਾਹ ਕਹਿੰਦੇ ਚਲੋ ਹੁਣ ਜਿਹੜੀ ਗੱਲ ਹੋ ਗਈ, ਪਾਤਸ਼ਾਹ ਚਾਹੁੰਦੇ ਸਨ ਵੀ ਇਹਨੂੰ ਇੱਥੇ ਹੀ ਠੱਪ ਕਰ ਦਈਏ, ਵੀ ਡੱਲਾ ਜਿਨ੍ਹਾਂ ਬੰਦਿਆਂ ਦੇ ਉੱਤੇ ਦਮਗਜੇ ਮਾਰਦਾ, ਵੀ ਇੰਨੇ ਜੋਗੇ ਹੈ ਨਹੀਂ ਸਨ ਜਿਹੜੇ ਚਮਕੌਰ ਦੀ ਗੜੀ 'ਚ ਲੜਦੇ, ਉਹ ਇੰਨੇ ਜੋਗੇ ਨਹੀਂ ਸਨ ਜਿਹੜੇ ਆਨੰਦਪੁਰ ਸਾਹਿਬ ਦੀਆਂ ਭੁੱਖਾਂ ਜਰਦੇ। ਮਹਾਰਾਜ ਜੀ ਨੂੰ ਤਾਂ ਪਤਾ ਸੀ, ਭਾਂਪਿਆ ਹੋਇਆ ਸੀ ਸਾਰਿਆਂ ਨੂੰ, ਸਤਿਗੁਰਾਂ ਕੋਲੋਂ ਕਿਹੜਾ ਕੁਝ ਲੁਕਿਆ ਸੀ। ਤੇ ਪਾਤਸ਼ਾਹ ਚਾਹੁੰਦੇ ਸੀ ਵੀ ਚਲੋ ਡੱਲੇ ਦਾ ਵੀ ਸਤਿਕਾਰ ਬਣਿਆ ਰਹੇ ਭਾਈਚਾਰੇ 'ਚ। ਗੁਰਦੇਵ ਨੇ 2 ਵਾਰੀ ਟਾਲਾ ਕੀਤਾ ਪਰ ਇਹ ਮੰਨੇ ਨਾ, ਅੱਗੋਂ ਮੁੜ ਮੁੜ ਕੇ ਫੇਰ ਉਹੀ ਗੱਲ ਕਰੀ ਜਾਵੇ। ਮਹਾਰਾਜ ਤੁਸੀਂ ਸਾਨੂੰ ਸੱਦਦੇ ਤਾਂ ਸਹੀ, ਅਸੀਂ ਵਿਖਾਉਂਦੇ ਆਪਣੇ ਜੌਹਰ ਆ ਕੇ, ਅਸੀਂ ਵੀ ਆਪਣੀ ਸੂਰਮਤਾਈ ਵਿਖਾਉਂਦੇ। ਏਦਾਂ ਬਾਰ-ਬਾਰ ਜਦੋਂ ਇਹ ਕਹੀ ਜਾਵੇ, ਸਤਿਗੁਰੂ ਜੀ ਨੇ ਵੇਖਿਆ ਇਹ ਨਹੀਂ ਮੰਨਦਾ, ਤਜੈ ਪ੍ਰਸੰਗ ਸੁਨਾਵੈ ਤਉ ਨੰ, ਮਹਾਰਾਜ ਜੀ ਛੱਡਦੇ ਸਨ ਇਸ ਗੱਲ ਨੂੰ, ਇਹ ਮੁੜ ਕੇ ਫੇਰ ਛੇੜ ਲੈਂਦਾ ਸੀ। ਪਾਤਸ਼ਾਹ ਇਸ ਗੱਲ ਨੂੰ ਟਾਲ ਕੇ ਨਾ ਦੂਜੀ ਗੱਲ ਛੇੜ ਲੈਂਦੇ, ਇਹ ਉਹਨੂੰ ਛੱਡ ਕੇ ਫਿਰ ਪੁਰਾਣੀ ਗੱਲ ਉਹੀ ਛੇੜ ਲਿਆ ਕਰੇ। ਆਪਨੋ ਆਪਾ ਕਰਹਿ ਜਨਾਵਨ, ਪਾਤਸ਼ਾਹ ਨੇ ਵੇਖਿਆ ਵੀ ਆਪਣਾ ਆਪ ਜਣਾਉਂਦਾ ਵੀ ਮੈਂ ਵੀ ਕੁਝ ਹਾਂ, ਚੌਧਰੀਆਂ ਇਲਾਕੇ ਦਾ, ਤਲਵੰਡੀ ਦਾ। ਹੁਣ ਮੇਰੇ ਸਾਹਿਬ ਨੂੰ ਹੰਕਾਰ ਨਹੀਂ ਚੰਗਾ ਲੱਗਦਾ,
ਹਰਜੂ ਹੰਕਾਰ ਨਾ ਭਾਵਈ। ਮੇਰੇ ਸਾਹਿਬ ਨੂੰ ਹੰਕਾਰ ਨਹੀਂ ਚੰਗਾ ਲੱਗਦਾ, ਹਉਮੈ ਮੇਰੇ ਗੁਰਦੇਵ ਨੂੰ ਚੰਗੀ ਨਹੀਂ ਲੱਗਦੀ, ਮੇਰੇ ਪਾਤਸ਼ਾਹ ਨੂੰ ਤਾਂ ਨਿਰਮਾਣਤਾ ਤੇ ਨਿਮਰਤਾ ਪਾਉਂਦੀ ਹੈ। ਜਿਹੜੇ ਹਲੀਮੀ ਨਾਲ ਪਾਤਸ਼ਾਹ ਦੇ ਦਰ ਤੇ ਆਉਂਦੇ ਐ ਉਹ ਮਹਾਨ ਬਖਸ਼ਿਸ਼ਾਂ ਨੂੰ ਪ੍ਰਾਪਤ ਹੋ ਜਾਂਦੇ। ਜੇ ਕੋਈ ਸਿੱਖ ਹਉਮੈ ਕਰ ਵੀ ਲਵੇ ਤਾਂ ਮੇਰੇ ਪਾਤਸ਼ਾਹ ਉਹਦੀ ਹਉਮੈ ਛੇਤੀ ਸਮਾਪਤ ਕਰ ਦਿੰਦੇ ਐ, ਕਿਉਂਕਿ ਹਉਮੈ ਇੱਕ ਇਹੋ ਜਿਹਾ ਕੰਡਾ ਹੈ, ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਇਹ ਹਉਮੈ ਇਹੋ ਜਿਹਾ ਕੰਡਾ ਹੈ, ਇਹ ਕੰਡਾ ਰੱਬ ਦੇ ਰਾਹ ਤੇ ਚੱਲਣ ਨਹੀਂ ਦਿੰਦਾ। ਟੁਰੀਏ ਪੈਰ ਪੁੱਟੀਏ ਤੇ ਚੁੱਭ ਜਾਂਦਾ, ਪੈਰ ਨੂੰ ਚੱਲਣ ਹੀ ਨਹੀਂ ਦਿੰਦਾ। ਰੋਜ਼ ਪੜ੍ਹਦੇ ਹੋ ਨਾ ਸੋਹਿਲਾ ਸਾਹਿਬ ਚ, ਸਾਕਤ ਹਰ ਰਸ ਸਾਧ ਨ ਜਾਣਿਆ, ਤਿਨ ਅੰਤਰ ਹਉਮੈ ਕੰਡਾ ਹੈ, ਜਿਉ ਜਿਉ ਚਲਹਿ ਚੁਭੈ ਦੁਖ ਪਾਵੈ, ਜਮ ਕਾਲ ਸਹਿ ਸਿਰ ਡੰਡਾ ਹੈ। ਜਿਵੇਂ 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 ਚੱਲਣਾ ਚਾਹੁੰਦਾ ਉਹ ਚੁੱਭਦਾ, ਹਉਮੈ ਟੁਰਨ ਨਹੀਂ ਦਿੰਦੀ ਰੱਬ ਦੇ ਰਾਹ ਤੇ। ਇਸ ਕਰਕੇ ਮਹਾਰਾਜ ਜੀ ਆਪਣੇ ਸਿੱਖ ਅੰਦਰੋਂ ਹਉਮੈ ਕੱਢ ਕੇ ਉਹਦਾ ਰਾਹ ਸਾਫ਼ ਕਰਦੇ ਐ। ਇਸ ਕਰਕੇ ਹਉਮੈ ਚੰਗੀ ਨਹੀਂ ਲੱਗਦੀ ਸਤਿਗੁਰਾਂ ਨੂੰ। ਪਾਤਸ਼ਾਹ ਵੇਖਿਆ ਕਿ ਡੱਲਾ ਆਪਣਾ ਆਪ ਜਣਾਉਂਦਾ, ਆਪਣੇ ਆਪ ਨੂੰ ਜਣਾ ਰਿਹਾ ਵੀ ਮੈਂ ਕੁਝ ਹਾਂ, ਇੱਥੇ ਤਾਂ ਆਪਣੀ ਹਸਤੀ ਮਿਟਾਈ ਦੀ ਆ ਗੁਰੂ ਚਰਨਾਂ 'ਚ, ਆਪਣਾ ਵਜੂਦ ਖਤਮ ਕਰੀਦਾ। ਮਹਾਰਾਜ ਮੈਂ ਕੁਝ ਵੀ ਨਹੀਂ ਹਾਂ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਵੀ ਦਾਣਾ ਹੋਏ ਖਸਖਸ ਦਾ, ਹੋਏ ਧੂੜੀ ਵਿੱਚ ਧੂੜੀ ਧੱਸੈ। ਖਸਖਸ ਦਾ ਦਾਣਾ ਕਿੰਨਾ ਨਿੱਕਾ ਜਿਹਾ ਹੁੰਦਾ ਹੈ, ਧੂੜੀ ਵਿੱਚ ਪੈ ਕੇ ਤੇ ਧੂੜੀ 'ਚ ਹੋਰ ਧੱਸ ਜਾਂਦਾ ਥੱਲੇ, ਹੋਰ ਮਿੱਟੀ ਵਿੱਚ, ਪਤਾ ਹੀ ਨਹੀਂ ਲੱਗਦਾ ਵੀ ਕਿੱਥੇ ਡਿੱਗਾ। ਉਦੋਂ ਪਤਾ ਲੱਗਦਾ ਜਦੋਂ ਉਹਦੇ ਵਿੱਚੋਂ ਪੋਸ ਦਾ ਫੁੱਲ ਨਿਕਲਦਾ, ਬੜਾ ਸੋਹਣਾ ਖਿੜਿਆ ਹੋਇਆ। ਪੋਸ ਦਾ ਫੁੱਲ ਖਿੜ ਕੇ ਨਿਕਲਦਾ, ਫਿਰ ਪਤਾ ਲੱਗਦਾ। ਇਸੇ ਤਰ੍ਹਾਂ ਭਾਈ ਜਿਹੜੇ ਆਪਣੇ ਆਪ ਨੂੰ ਵਿਨਿਮਰਤਾ ਸਹਿਤ ਗੁਰੂ ਚਰਨਾਂ ਵਿੱਚ ਢਾਲ ਦਿੰਦੇ ਨੇ ਔਰ ਆਪਣਾ ਆਪ ਮੁਕਾ ਦਿੰਦੇ ਵੀ ਮੈਂ ਕੁਝ ਵੀ ਨਹੀਂ ਹਾਂ, ਉਹੀ ਸੰਸਾਰ ਦੇ ਵਿੱਚ ਖਿੜ ਕੇ ਜਗਤ ਵਿੱਚ ਜ਼ਾਹਰ ਹੁੰਦੇ ਆ, ਪ੍ਰਗਟ ਹੁੰਦੇ ਆ। ਉਹਨਾਂ ਨੂੰ ਸਤਿਗੁਰੂ ਜੀ ਪ੍ਰਗਟ ਕਰ ਦਿੰਦੇ ਨੇ। ਜਿਉ ਛੁਪਣਾ ਵੀ ਚਾਹੇ ਰਤਨ ਲੁਕਾਇਆ, ਲੁਕੈ ਨਾਹੀ ਜੇ ਕੋ ਰੱਖੈ ਲੁਕਾਈ। ਰੱਬ ਦੇ ਪਿਆਰੇ ਚਾਹੁੰਦੇ ਆ ਵੀ ਲੁਕਾ ਕੇ ਰੱਖੀ ਅਸੀਂ ਆਪ ਨੂੰ, ਉਹ ਲੁਕਾਣਾ ਚਾਹੁੰਦੇ ਆ, ਰੱਬ ਫੇਰ ਉਹਨਾਂ ਨੂੰ ਪ੍ਰਗਟ ਕਰ ਦਿੰਦਾ। ਦੁਨੀਆ ਚਾਹੁੰਦੀ ਆ, ਬਹੁਤ ਸਾਰੇ ਹੰਕਾਰੀ ਚਾਹੁੰਦੇ ਅਸੀਂ ਪ੍ਰਗਟ ਹੋਈਏ, ਉਹ ਜਿੰਨਾ ਪ੍ਰਗਟ ਹੋਣਾ ਲੋੜਦੇ ਨੇ ਓਨਾ ਹੀ ਛੁਪ ਜਾਂਦੇ, ਪਤਾ ਹੀ ਨਹੀਂ ਲੱਗਦਾ ਕਿੱਥੇ ਨੇ। ਤੇ ਜਿਹੜੇ ਛੁਪ ਕੇ ਰਹਿਣਾ ਚਾਹੁੰਦੇ ਨੇ ਓਨੇ ਹੀ ਪ੍ਰਗਟ ਹੋ ਜਾਂਦੇ ਨੇ। ਭਾਈ ਵੀਰ ਸਿੰਘ ਜੀ ਕਹਿੰਦੇ ਮੇਰਾ ਮਨ ਸੀ ਮੈਂ ਛੁਪਿਆ ਰਹਾਂ, ਤੇ ਛੁਪਿਆ ਹੋਇਆ ਹੀ ਟੁਰ ਜਾ, ਪਤਾ ਹੀ ਨਾ ਲੱਗੇ ਕੋਈ ਵੀਰ ਸਿੰਘ ਹੈ ਸੀ। ਪਰ ਕਹਿੰਦੇ ਮੇਰੀ ਇੱਛਾ ਪੂਰੀ ਨਹੀਂ ਹੁੰਦੀ, ਮੇਰੀ ਛੁਪੇ ਰਹਿਣ ਦੀ ਚਾਹ ਤੇ ਛੁਪ ਟੁਰ ਜਾਣ ਦੀ, ਮੇਰੀ ਛੁਪੇ ਰਹਿਣ ਦੀ ਚਾਹ ਤੇ ਛੁਪ ਟੁਰ ਜਾਣ ਦੀ ਪੂਰੀ ਹੁੰਦੀ ਨਾ। ਮੈਂ ਤਰਲੇ ਲੈ ਰਿਹਾ, ਮੇਰੀ ਇੱਛਾ ਪੂਰੀ ਨਹੀਂ ਪਈ ਹੁੰਦੀ। ਮੈਂ ਬੜੇ ਤਰਲੇ ਲੈਣਾ ਵੀ ਲੁਕਿਆ ਰਹਾਂ, ਛਿਪਿਆ ਰਹਾਂ। ਇਹ ਅਸਲ ਵਿੱਚ ਗੁਰਮੁਖਤਾਈ ਦੀ ਖੇਡ ਇਹ ਹੈ, ਜਿੰਨਾ ਕੋਈ ਛੁਪਣਾ ਚਾਹੁੰਦਾ ਓਨਾ ਹੀ ਪ੍ਰਗਟ ਹੋ ਜਾਂਦਾ, ਓਨਾ ਹੀ ਉਜਾਗਰ ਹੋ ਜਾਂਦਾ। ਗੁਰਬਾਣੀ ਦਾ ਵੀ ਫੈਸਲਾ, ਰਤਨ ਲੁਕਾਇਆ ਲੁਕੈ ਨਾਹੀ। ਜੇ ਕਿਸੇ ਅੰਦਰ ਗਿਆਨ ਰਤਨ ਹੈ, ਉਹ ਲੁਕਾਣਾ ਚਾਹੇ ਆਪਣੇ ਆਪ ਨੂੰ ਤੇ ਲੁਕਦਾ ਨਹੀਂ ਹੈ। ਜੇ ਕੋ ਰੱਖਿਆ ਲੁਕਾਈ, ਉਹ ਪ੍ਰਗਟ ਹੋ ਜਾਂਦਾ ਹੈ। ਗੁਰਦੇਵ ਨੇ ਵੇਖਿਆ ਡੱਲਾ ਆਪਣਾ ਆਪ ਜਣਾ ਰਿਹਾ, ਆਪਣੇ ਬਾਰੇ ਦੱਸਦਾ ਮੈਂ ਫਲਾਣਾ ਹਾਂ, ਮੈਂ ਅਮਕਾ ਹਾਂ। ਦਰਅਸਲ ਇਹ ਸੇਧਾਂ ਨੇ ਗੁਰੂ ਖਾਲਸਾ ਜੀ ਨੂੰ, ਜੀਵਨ ਸੇਧਾਂ, ਇਤਿਹਾਸ ਨਹੀਂ, ਇਹ ਸਾਡੀਆਂ ਜੀਵਨ ਦੀਆਂ ਸੇਧਾਂ ਨੇ। ਸਾਡੇ ਬਜ਼ੁਰਗ ਪੈੜਾਂ ਪਾ ਕੇ ਸਾਨੂੰ ਦੱਸ ਗਏ ਨੇ, ਇਹ ਜੀਵਨ ਸੇਧਾਂ ਨੇ। ਗੁਰੂ ਘਰ ਦੇ ਵਿੱਚ ਅਸੀਂ ਬਾਹਰ ਸੰਸਾਰ ਦੇ ਵਿੱਚ ਜਿੱਡਾ ਵੱਡਾ ਮਰਜ਼ੀ ਰੁਤਬਾ ਰੱਖਦੇ ਹੋਈਏ, ਸਾਡੇ ਕੋਲ ਬੜਾ ਵੱਡਾ ਸਟੇਟਸ ਹੋਵੇ, ਸਤਿਗੁਰਾਂ ਦੇ ਦਰਬਾਰ ਦੀ ਹੱਦ ਦੇ ਵਿੱਚ ਜਦੋਂ ਆ ਜਾਈਏ, ਉੱਥੇ ਕੇਵਲ ਗੁਰੂ ਕੇ ਨਿਮਾਣੇ ਸਿੱਖ ਹਾਂ। ਆਪਣਾ ਵਜੂਦ ਜਣਾਉਣ ਦੀ ਲੋੜ ਨਹੀਂ, ਮੈਂ ਕੌਣ ਹਾਂ। ਇੱਥੇ ਤਾਂ ਬੜੇ ਬੜੇ ਉੱਚ ਪਦਵੀਆਂ ਦੇ ਮਾਲਕ ਜਿਹੜੇ ਸੰਸਾਰ ਵਿੱਚ ਕੰਮ ਕਰਦੇ ਆ, ਪਾਤਸ਼ਾਹ ਦੇ ਦਰ ਤੇ ਆ ਕੇ ਟੋਕਰੀ ਢੋਂਦੇ ਵੇਖੇ ਜਾਂਦੇ, ਆਪਣਾ ਆਪ ਨਹੀਂ ਜਣਾਉਂਦੇ।
ਜੋੜੇ ਘਰਾਂ ਵਿੱਚ ਬਹਿ ਕੇ ਜੋੜੇ ਝਾੜਦੇ ਵੇਖੇ ਜਾਂਦੇ, ਆਪਣਾ ਆਪ ਨਹੀਂ ਜਣਾਉਂਦੇ। ਇਹ ਗੁਰੂ ਨਾਨਕ ਦੀ ਸਿੱਖੀ ਦਾ ਸਿਧਾਂਤ ਹੈ। ਗੁਰੂ ਕਿਰਪਾ ਕਰੇ ਜੋ ਕਹਿ ਰਹੇ ਆ, ਜੋ ਸੁਣ ਰਹੇ ਆ, ਇਹ ਪ੍ਰੈਕਟੀਕਲੀ ਰੂਪ ਚ ਸਾਡੇ ਜੀਵਨ ਵਿੱਚ ਆ ਜਾਵੇ, ਇਹ ਵਰਤਣ ਚ ਆ ਜਾਵੇ ਸਾਡੇ। ਕਿਉਂਕਿ ਬਹੁਤ ਕੁਝ ਕੇਵਲ ਸਾਡੇ ਕਹਿਣ ਸੁਣਨ ਦੇ ਵਿੱਚ ਹੈ, ਪਰ ਸਾਡੇ ਵਰਤਣ ਵਿੱਚ ਨਹੀਂ ਹੈ। ਸਤਿਗੁਰਾਂ ਦੇ ਤਰਸ ਬਿਨਾਂ ਇਹ ਵਰਤਣ ਚ ਨਹੀਂ ਆ ਸਕਦਾ। ਇਸ ਕਰਕੇ ਗੁਰੂ ਚਰਨਾਂ ਚ ਰਜੋਈ ਹੈ, ਬੇਨਤੀ ਹੈ ਮਹਾਰਾਜ ਸਾਡੇ ਵਰਤਣ ਵਿੱਚ ਵੀ ਆ ਜਾਵੇ, ਇਹਦਾ ਸਾਡੇ ਜੀਵਨ ਵਿੱਚ ਢਾਲਣਾ ਵੀ ਹੋ ਜਾਏ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇਹ ਨਹੀਂ ਪਸੰਦ ਕਿ ਕੋਈ ਸਿੱਖ ਆਪਣਾ ਆਪ ਜਣਾਵੇ ਮੈਂ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਤਾਂ ਕਹਿੰਦੇ ਸਿੱਖ ਇਹ ਜਣਾਵੇ ਤੂੰ ਹੀ ਹੈ ਮੇਰੇ ਮਾਲਕਾ, ਤੂੰ ਹੀ ਹੈ, ਮੈਂ ਤਾਂ ਕੁਝ ਵੀ ਨਹੀਂ ਹਾਂ, ਤੂੰ ਹੀ ਤੂੰ ਹੈ, ਤੂੰ ਹੀ ਤੂੰ ਹੈ। ਜਲਸ ਤੂੰ ਹੀ, ਥਲਸ ਤੂੰ ਹੀ, ਨਦਸ ਤੂੰ ਹੀ, ਨਦਿਸ ਤੂੰ ਹੀ, ਬ੍ਰਿਛਸ ਤੂੰ ਹੀ, ਪਤਸ ਤੂੰ ਹੀ, ਗੁਫਸ ਤੂੰ ਹੀ, ਤੂੰ ਹੀ ਤੂੰ ਹੀ, ਤੂੰ ਹੀ ਤੂੰ ਹੈ। ਮਕੀ ਤੂੰ ਹੀ, ਮਕਾ ਤੂੰ ਹੀ, ਸਾਰਿਆਂ ਵਿੱਚ ਤੂੰ ਹੀ ਤੂੰ ਹੈ, ਤੇਰੇ ਬਿਨਾ ਕੋਈ ਦੂਜਾ ਨਹੀਂ ਹੈ। ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰਹਿ ਸੋ ਹੋਏ। ਤੁਧ ਬਿਨ ਦੂਜਾ, ਤੇਰੇ ਬਿਨਾ ਕੋਈ ਹੈ ਹੀ ਨਹੀਂ ਦੂਜਾ ਮਹਾਰਾਜ। ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਤੁਧ ਬਿਨ ਦੂਜਾ ਨਾਹੀ ਕੋਏ, ਤੁਹਾਡੇ ਬਿਨਾ ਕੋਈ ਨਹੀਂ ਹੈ ਦੂਜਾ, ਤੂੰ ਹੀ ਤੂੰ ਹੈ। ਗੁਰਦੇਵ ਨੇ ਵੇਖਿਆ ਭਾਈ ਡੱਲਾ ਜੀ, ਜਿਨ੍ਹਾਂ ਨੇ ਆਉਣ ਵਾਲੇ ਸਮੇਂ 'ਚ ਕਹਿਣਾ ਬਾਜਾਂ ਵਾਲੇ ਸਵਾਮੀ ਜੀ ਮੈਨੂੰ ਆਪਣੇ ਚਰਨਾਂ 'ਚ ਪੀੜੀ ਜਿੰਨੀ ਥਾਂ ਬਖਸ਼ ਦਿਓ। ਜੇ ਇਹਨੂੰ ਥਾਂ ਦੇਣੀ ਹੈ ਤਾਂ ਇਹਨੂੰ ਪਹਿਲਾਂ ਦੱਸਣਾ ਪੈਣਾ ਵੀ ਆਪਾਂ ਨਹੀਂ ਜਣਾਉਣਾ। ਨਾਲੇ ਦੱਸਣਾ ਸੀ ਉਹ ਜਿਹੜੇ ਚਮਕੌਰ 'ਚ ਸ਼ਹੀਦ ਹੋਏ ਨੇ, ਆਨੰਦਪੁਰ ਸਾਹਿਬ ਦੇ ਵਿੱਚ ਸ਼ਹੀਦ ਹੋਏ ਨੇ, ਉਹਨਾਂ ਵਿੱਚ ਤੇ ਤੇਰੇ ਇਹਨਾਂ ਬੰਦਿਆਂ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰਾ ਹੈ ਡੱਲਿਆ। ਉਹ ਜਿਹੜੇ ਭਾਈ ਉਦੈ ਸਿੰਘ ਵਰਗੇ, ਬਾਬਾ ਬਚਿੱਤਰ ਸਿੰਘ ਜੀ ਵਰਗੇ, ਭਾਈ ਆਲਮ ਸਿੰਘ ਜੀ ਵਰਗੇ, ਭਾਈ ਹਿੰਮਤ ਸਿੰਘ, ਭਾਈ ਸਾਹਿਬ ਸਿੰਘ ਵਰਗੇ ਮਹਾਨ ਸ਼ਹੀਦ ਸ਼ਹਾਦਤ ਨੂੰ ਪ੍ਰਾਪਤ ਹੋਏ ਨੇ, ਉਹ ਕਿੱਥੇ ਸਨ? ਤੇ ਜਿਹੜੇ ਤੂੰ ਲਿਆਇਆ ਇਕੱਠੇ ਕਰਕੇ ਕਿੱਥੇ ਨੇ? ਫਰਕ ਦੱਸਣਾ ਸੀ ਮਹਾਰਾਜ, ਦੱਸਣਾ ਸੀ ਉਹ ਮੇਰੇ ਉਹ ਲਾਲ ਸਨ ਜਿਨ੍ਹਾਂ ਨੇ ਸਿਰ ਤਲੀ ਤੇ ਧਰ ਕੇ ਆ ਕੇ ਸਾਡੇ ਚਰਨਾਂ 'ਚ ਭੇਟ ਕੀਤੇ ਸਨ। ਆਖਿਆ ਇਹ ਸੀਸ ਮਹਾਰਾਜ ਆਪ ਜੀ ਦਾ ਪ੍ਰਵਾਨ ਕਰੋ। ਉਹ ਮਰ ਜੀਵੜੇ ਸਨ, ਉਹ ਮਰ ਜੀਵੜੇ ਜਿਹੜੇ ਆਪਣਾ ਆਪ ਗੁਰੂ ਤੋਂ ਕੁਰਬਾਨ ਕਰ ਦੇਣ ਵਾਲੇ। ਉਹ ਕਹਿੰਦੇ ਜੇ ਲੱਖਾਂ ਜ਼ਿੰਦਗੀਆਂ ਮਿਲਣ ਸਾਨੂੰ, ਕਰੋੜਾਂ ਜ਼ਿੰਦਗੀਆਂ ਮਿਲਣ, ਇਹ ਪਾਤਸ਼ਾਹ ਸਾਡੇ ਕੋਲ ਜ਼ਿੰਦਗੀ ਇੱਕੋ ਹੈ ਤੇ ਇਹ ਤੁਹਾਡੇ ਤੋਂ ਕੁਰਬਾਨ ਕਰ ਦਈਏ। ਜੇ ਕਰੋੜਾਂ ਮਿਲ ਜਾਣ ਤੇ ਹਰ ਜਨਮ ਦੇ ਵਿੱਚ ਚਾਹੀਏ ਤੇ ਅਸੀਂ ਆਪਣੀ ਜ਼ਿੰਦਗੀ ਤੁਹਾਡੇ ਚਰਨਾਂ ਤੋਂ ਕੁਰਬਾਨ ਕਰ ਦਈਏ। ਕਲਗੀਧਰ ਸਤਿ ਸ੍ਰੀ ਅਕਾਲ। ਦਾਤਿਆ ਕੀ ਕਰੀਏ, ਜ਼ਿੰਦਗੀ ਇੱਕ ਹੈ, ਇਹੋ ਜੀਆਂ ਕਰੋੜਾਂ ਜ਼ਿੰਦਗੀਆਂ ਤੁਹਾਡੇ ਤੋਂ ਨਿਛਾਵਰ ਕਰ ਦਈਏ। ਪਾਤਸ਼ਾਹ ਭਾਈ ਡੱਲੇ ਦਾ ਮਾਣ, ਉਹਦੇ ਹਿਰਦੇ ਦਾ ਹੰਕਾਰ ਨਿਵਾਰ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਦਇਆਨੰਦ ਸਵਾਮੀ ਜੀ ਦੀ ਪਾਵਨ ਅੰਮ੍ਰਿਤ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ। ਸਾਧ ਸੰਗਤ ਜੀ, ਬੇਨਤੀ ਹੈ 21 ਮਾਰਚ ਦਿਨ ਐਤਵਾਰ ਸਵੇਰੇ 9 ਤੋਂ ਦੁਪਹਿਰੇ 2 ਵਜੇ ਤੱਕ ਮਹਾਨ ਗੁਰਮਤਿ ਸਮਾਗਮ ਕਰਾਏ ਜਾ ਰਹੇ ਨੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ। ਇਹ ਗੁਰਮਤਿ ਸਮਾਗਮ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਦਇਆਨੰਦ ਸਵਾਮੀ ਜੀ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਵਿੱਚ ਹਨ, ਸਮਰਪਿਤ ਹਨ। ਸਾਡੀ ਜ਼ਿੰਦਗੀ ਵਿੱਚ ਸਾਨੂੰ ਮੌਕਾ ਮਿਲਿਆ ਹੈ ਸਤਿਗੁਰਾਂ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਦਾ। ਸਾਡੇ ਵੱਡੇ ਭਾਗ ਹਨ। ਸਭ ਦੇ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਪਰਿਵਾਰਾਂ ਸਮੇਤ ਵੱਧ ਤੋਂ ਵੱਧ ਹਾਜ਼ਰੀਆਂ
ਨੌਵੇਂ ਪਾਤਸ਼ਾਹ ਦੇ ਚਰਨਾਂ ਵਿੱਚ 21 ਮਾਰਚ ਨੂੰ ਸਮਾਗਮਾਂ ਵਿੱਚ ਲਵਾਓ। ਪੰਥ ਦੇ ਮਹਾਨ ਵਿਦਵਾਨ ਕਥਾਕਾਰ ਭਾਈ ਪਿੰਦਰਪਾਲ ਸਿੰਘ ਜੀ, ਭਾਈ ਬੰਤਾ ਸਿੰਘ ਜੀ, ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਸਤਿੰਦਰਬੀਰ ਸਿੰਘ ਜੀ, ਔਰ ਬਹੁਤ ਗੁਰਮੁਖ ਪਿਆਰੇ ਮਹਾਂਪੁਰਸ਼ ਮਹਾਤਮਾ ਸੰਪਰਦਾਵਾਂ ਦੇ ਮੁਖੀ ਸਹਿਬਾਨ, ਤਖਤ ਸਹਿਬਾਨਾਂ ਦੇ ਜਥੇਦਾਰ ਸਹਿਬਾਨ ਇਹਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰਨਗੇ। ਸਮੂਹ ਸੰਗਤਾਂ ਨੂੰ ਬੇਨਤੀ ਹੈ ਵੱਧ ਚੜ ਕੇ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ 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 ਹੇ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ ਹੇ ਸੰਗੀ ਹੈ ਨਿਰੰਕਾਰ ਹੇ ਨਿਰਗੁਣ ਸਭ ਟੇਕ ਗੋਬਿੰਦ ਹੈ ਗੁਣ ਨਿਧਾਨ ਜਾ ਕੈ ਸਦਾ ਬਿਬੇਕ ਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤ ਕੈ ਸਦਾ ਸੰਗ ਨਿਦਾਰਾਇਆ ਦਾਰ ਠਾਕੁਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰੱਖੋ ਹੀਐ ਪਰੋ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਇਆਲ ਇਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਬਾਰ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।